ਅੱਜ ਆਪਾਂ ਬਿਲਾਵਲ ਰਾਗ ਦੇ ਵਿੱਚ ਜਿਹੜੀ ਭਗਤਾਂ ਦੀ ਬਾਣੀ ਲੈ ਰਹੇ ਹਾਂ, ਕਬੀਰ ਜੀ ਦੇ ਸ਼ਬਦ ਲੈ ਰਹੇ ਹਾਂ, ਉਸ ਨੂੰ ਅੱਗੇ ਵਧਾਵਾਂਗੇ ਜੀ। ਇਹ ਪੰਜਵਾਂ ਸ਼ਬਦ ਲੈ ਰਹੇ ਹਾਂ, ਅੰਗ 856 856। बिलावल को हर समान नहीं राजा, ए भूपत सब दिवस चार के झूठे करत दिवाजा रहाओ। ਇਹਦੇ ਵਿੱਚ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਕਿ ਕੋਈ ਵੀ ਜਿਹੜਾ ਹੈਗਾ, ਇਹ ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ, ਦੇਖ ਲੈਣਾ ਕਿਹਦਾ ਖੁੱਲ੍ਹਾ ਹੈ। ਕਿਉਂਕਿ ਸ਼ੋਰ ਦੇ ਨਾਲ ਨਾ ਫਿਰ ਇਹ ਰਿਕਾਰਡਿੰਗ ਦੇ ਵਿੱਚ ਵੀ ਚਲੇ ਜਾਂਦਾ। ਕੋਈ ਵੀ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ, ਪਰਮਾਤਮਾ ਵਰਗਾ ਰਾਜਾ ਕੋਈ ਨਹੀਂ ਹੈਗਾ। ਕੋ ਹਰ ਸਮਾਨ ਨਹੀਂ ਰਾਜਾ, ਉਸ ਮਾਲਕ ਪਰਮਾਤਮਾ ਦੇ ਬਰਾਬਰ ਕੋਈ ਰਾਜਾ ਦੁਨੀਆ ਦੇ ਵਿੱਚ ਨਹੀਂ ਹੈਗਾ। ਮਾਲਕ ਵਰਗਾ ਕੋਈ ਹੈ ਹੀ ਨਹੀਂ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ। ਕਹਿੰਦੇ ਇਹ ਤਾਂ ਜਿਹੜੇ ਹੈਗੇ ਆ, ਇਹ ਰਾਜੇ ਜਿਹੜੇ ਆ, ਰਾਜੇ ਮਹਾਰਾਜੇ ਜਿਹੜੇ ਹੈਗੇ, ਇਹ 4 ਦਿਨਾਂ ਦੇ ਹੈਗੇ ਭਾਈ। ਇਹ ਭੂਪਤ ਸਭ ਦਿਵਸ ਚਾਰ ਕੇ, ਸਾਰੇ 4 ਦਿਨਾਂ ਦੇ ਹੈਗੇ। ਝੂਠਾ ਜਿਹੜਾ ਦਿਖਾਵਾ ਕਰਦੇ, ਝੂਠਾ ਜਿਹੜਾ ਹੈਗਾ ਹੰਕਾਰ ਕਰ ਰਹੇ ਆ, ਝੂਠਾ ਜਿਹੜਾ ਹਉਮੈ ਜਿਹੜੀ ਹੈਗੀ ਆਪਣੀ ਝਾੜ ਰਹੇ ਆ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ। ਕੋ ਹਰ ਸਮਾਨ ਨਹੀਂ ਰਾਜਾ, ਮਾਲਕ ਪਰਮਾਤਮਾ ਦੇ ਬਰਾਬਰ ਦਾ ਕੋਈ ਰਾਜਾ ਨਹੀਂ ਹੈਗਾ। ਔਰ ਮਾਲਕ ਪਰਮਾਤਮਾ ਦਾ ਜਿਹੜਾ ਭਗਤੀ ਕਰਦਾ ਆ, ਉਹਦੇ ਬਰਾਬਰ ਦਾ ਵੀ ਕੋਈ ਨਹੀਂ ਹੁੰਦਾ। ਤੇਰੋ ਜਨ ਹੋਏ ਰਹਾਓ, ਤੇਰੋ ਜਨ ਹੋਏ ਸੋਏ ਕਤ ਡੋਲਾ। ਕਹਿੰਦੇ ਤੇਰਾ ਜਨ ਜਿਹੜਾ ਹੈਗਾ ਉਹ ਕਿੱਥੇ ਡੋਲਦਾ? ਜਿਹੜਾ ਤੇਰਾ ਭਗਤ ਹੁੰਦਾ ਹੈ, ਤੇਰਾ ਜਨ ਹੁੰਦਾ ਹੈ, ਹਰ ਜਨ ਹੁੰਦਾ ਹੈ, ਉਹ ਕਿੱਥੇ ਡੋਲਦਾ ਹੈ? 3 ਭਵਨ ਪਰ ਛਾ ਜਾ। ਜਿਵੇਂ ਮਾਲਕ ਪਰਮਾਤਮਾ ਦੀ ਸੋਭਾ ਧਰਤ ਪਤਾਲ ਆਕਾਸ਼ ਦੇ ਵਿੱਚ ਹੈ, ਉਸੇ ਤਰੀਕੇ ਦੇ ਨਾਲ ਉਸ ਜਨ ਦੀ ਵੀ ਜਿਹੜੀ ਹੈਗੀ ਆ, ਉਹਦੀ ਵੀ ਸੋਭਾ ਜਿਹੜੀ 3 ਭਵਨਾਂ ਦੇ ਵਿੱਚ ਜਿਹੜੀ ਹੈਗੀ ਆ, ਚਾਰੋਂ ਪਾਸੇ ਉਹਦੀ ਵੀ ਸੋਭਾ ਫੈਲ ਜਾਂਦੀ ਹੈ ਭਾਈ। ਦੇਖ ਲਓ ਸਾਰੇ ਭਗਤ ਗੁਰੂ ਜੋਤਾਂ ਸਾਰੇ ਜਿਹੜੇ ਹੈਗੇ, ਇਹ ਜਿਹੜੇ ਇਹਨਾਂ ਦੀ ਸੋਭਾ ਹਾਲੇ ਤੱਕ ਹੈ। ਤੇਰੋ ਜਨ ਹੋਏ ਸੋਏ ਕਤ ਡੋਲੇ, 3 ਭਵਨ ਪਰ ਛਾਜਾ। हाथ पसार सके को जन को, बोल सके ना अंदाजा। ਮਜ਼ਾ ਲਿਆ ਕੋਈ ਜਿਹੜਾ ਹੈਗਾ ਤੇਰੇ ਜਨ ਦੇ ਅੱਗੇ ਜਿਹੜਾ ਹੈਗਾ, ਤੇਰੇ ਜਨ ਨੂੰ ਹੱਥ ਚੱਕ ਸਕੇ, ਔਰ ਕੋਈ ਤੇਰੇ ਜਨ ਨੂੰ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਕੋਈ ਕਬੋਲ ਜਿਹੜਾ ਹੈਗਾ ਬੋਲਣ ਦੀ ਜ਼ਰੂਰਤ ਕਰ ਸਕੇ। हाथ पसार सके को जन को, बोल सके ना अंदाजा। ਇਸ ਕਰਕੇ ਭਾਈ ਇਹ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਸੇ ਦੀ ਭਗਤੀ ਕਰਨੀ ਹੈ ਜਿਹਦੇ ਬਰਾਬਰ ਦਾ ਕੋਈ ਦੁਨੀਆ ਦੇ ਵਿੱਚ ਰਾਜਾ ਨਹੀਂ ਹੈਗਾ। ਹਾਂਜੀ ਵੀਰ ਜੀ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰਹਾਓ। ਹਾਂਜੀ ਠੀਕ ਹੈ ਜੀ। ਹੁਣ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਸੰਸਾਰਿਕ ਲੋਕ ਨੇ, ਤੇ ਇਹ ਤੇ ਆਪ ਨੂੰ ਪਤਾ ਹੀ ਹੈ ਕਿ ਹਰ ਕੋਈ ਆਪਣੀ ਇੱਕ ਯਾਤਰਾ ਤੇ ਨਿਕਲਿਆ ਹੋਇਆ ਹੈ। ਔਰ ਜ਼ਿਆਦਾਤਰ ਲੋਕ ਜਿਹੜੇ ਆ ਉਹ ਬਾਹਰੀ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਹੁੰਦੇ। ਉਹ ਪ੍ਰਭਾਵਿਤ ਹੋ ਕੇ ਔਰ ਉਹਨਾਂ ਦੇ ਮਗਰ ਹੀ ਲੱਗੇ ਰਹਿੰਦੇ ਨੇ। ਆਪ ਵੀ ਦੇਖੋ ਆਲੇ ਦੁਆਲੇ ਨਜ਼ਰ ਮਾਰ ਕੇ, ਬਹੁਤ ਸਾਰੀ ਦੁਨੀਆ ਇਸੇ ਚੱਕਰਾਂ 'ਚ ਫਿਰਦੀ ਹੈ। ਕੋਈ ਸੰਸਾਰਿਕ ਕੋਈ ਸ਼ਕਤੀ ਹੈਗੀ ਹੈ, ਤੇ ਕਿੱਦਾਂ ਵੇਖੋ ਲੋਕੀ ਚਿੰਬੜਨ ਤੱਕ ਜਾਂਦੇ। ਤੁਸੀਂ ਗਲੀਆਂ 'ਚ ਵੇਖੋ ਕਿੱਦਾਂ ਲੋਕ ਆਪਣੇ ਆਪ ਨੂੰ ਚਾਹੁੰਦੇ ਨੇ ਕਿ ਮਤਲਬ ਇਹ ਬੰਦਾ ਜਿਹੜਾ ਵੱਡਾ ਵਾ, ਇਹਦੇ ਮਗਰ ਘੁੰਮਾਂਗੇ ਤੇ ਸਾਡਾ ਨਾਂ ਬਣੂਗਾ। ਪਰ ਉਹ ਕਹਿੰਦੇ ਕਿ ਜੇਕਰ ਤੂੰ ਸੰਸਾਰੀ ਬੰਦਿਆਂ ਦੇ ਪਿੱਛੇ ਘੁੰਮ ਰਿਹਾ ਤੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਜੇ ਤੂੰ ਪਨਾਹ ਲੈਣੀ ਹੈ ਤੇ ਪ੍ਰਮਾਤਮਾ ਦੀ ਪਨਾਹ ਲੈ।
ਕਿਉਂਕਿ ਪ੍ਰਮਾਤਮਾ ਵਰਗਾ ਕੋਈ ਰਾਜਾ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਉਹ ਆਦਿ ਹੈ ਤੇ ਅੰਤ ਵੀ ਹੈ, ਅਨਾਦਿ ਹੈ। ਇੱਕ ਤੇ ਉਹਦਾ ਕੋਈ ਇੱਕ ਤੇ ਉਹ ਸ਼ੁਰੂ ਨਹੀਂ ਹੁੰਦਾ ਤੇ ਇੱਕ ਉਹਦਾ ਕੋਈ ਅੰਤ ਨਹੀਂ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿਹੜੀ ਮੇਨ ਪ੍ਰਾਪਤੀ ਹੈਗੀ ਆ ਉਹ ਉਸ ਤੱਤ ਦੀ ਹੈ ਜਿਹੜਾ ਟਾਈਮ 'ਚ ਨਹੀਂ ਆਉਂਦਾ। ਜੇਕਰ ਆਪਾਂ ਉਸ ਤੱਤ ਨੂੰ ਨਹੀਂ ਜਾਣਦੇ, ਉਸ ਤੱਤ ਨੂੰ ਜਾਣੇ ਬਿਨਾਂ ਚੱਲ ਜਾਂਦੇ ਆ ਤੇ ਸਮਝ ਲਓ ਕਿ ਜੀਵਨ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੋਈ। ਜਿੱਦਾਂ ਤੁਸੀਂ ਪੇਪਰ ਦੇਣ ਗਏ, ਤੁਸੀਂ ਪੇਪਰ ਤੇ ਲਿਖਿਆ ਹੀ ਨਹੀਂ, ਉਦਾਂ ਹੀ ਆ ਗਏ, ਕੀ ਪ੍ਰਾਪਤੀ ਹੋਊਗੀ? ਅਗਲਾ ਕਹੂਗਾ ਖਾਲੀ ਪੇਪਰ ਦੇ ਗਿਆ ਤੇ ਹੁਣ ਇਹਨੂੰ ਕਿੱਥੋਂ ਨੰਬਰ ਮਿਲਣਗੇ? ਇਸੇ ਲਈ ਦੇਖੋ, ਇੱਕ ਸਭ ਤੋਂ ਵੱਡੀ ਵਿਡੰਬਨਾ ਹੈ, ਆਪ ਜਸਟ ਦੇਖੋ ਕਿ ਸੰਸਾਰ ਹਰ ਇੱਕ ਚੀਜ਼ ਨੂੰ ਮੰਨਦਾ ਹੈ। ਇੱਥੋਂ ਤੱਕ ਛੋਟਾ ਜਿਹਾ ਤੁਸੀਂ ਮੰਦਿਰ ਬਣਾ ਦਿਓ, ਕੋਈ ਧਾਰਮਿਕ ਸਥਾਨ ਬਣਾ ਦਿਓ, ਉੱਥੇ ਮੱਥੇ ਟੇਕ ਆਊਗਾ। ਇੱਕ ਤੁਸੀਂ ਇਹਨੂੰ ਮੂਰਤੀ ਦੇ ਦਿਓ, ਉੱਥੇ ਮੱਥਾ ਟੇਕ ਆਊਗਾ, ਉਹਦੀ ਪੂਜਾ ਕਰ ਲਊਗਾ। ਪਾਠ ਦੇ ਦਿਓ, ਪਾਠ ਪੜ੍ਹ ਲਏਗਾ। ਤੇ ਜੇ ਤੁਸੀਂ ਕਹੋ ਕਿ ਪ੍ਰਮਾਤਮਾ ਦੀ ਭਗਤੀ ਕਰ ਲਾ, ਇਹਨੇ ਹੱਥ ਹੀ ਖੜੇ ਕਰ ਦੇਣੇ। ਕਿਉਂਕਿ ਸਿਸਟਮ ਜਿਹੜਾ ਹੈਗਾ ਨਾ, ਆਪਣਾ ਆਲਾ ਦੁਆਲਾ ਦੇਖੀਏ ਤੇ ਜ਼ਿਆਦਾਤਰ ਜਿਹੜਾ ਆਲਾ ਦੁਆਲਾ ਹੈ ਉਹ ਕਰਮ ਕਾਂਡ ਨੂੰ ਕਰਨ ਵਾਸਤੇ ਹੀ ਸਾਡੀ ਸਪੋਰਟ ਕਰਦਾ ਹੈ। ਕਿਉਂਕਿ ਪ੍ਰਮਾਤਮਾ ਦੀ ਭਗਤੀ ਜਦੋਂ ਆਪਾਂ ਵਿਚਾਰ ਕਰਦੇ ਹਾਂ ਤੇ ਉਹਦੇ ਬਾਰੇ ਤੇ ਫਿਰ ਕਰਮ ਕਾਂਡਾਂ ਤੋਂ ਮੁਕਤੀ ਹੋਣ ਵਾਲੀ ਗੱਲ ਆ। ਜੇ ਇਹ ਬੰਦਾ ਕਰਮ ਕਾਂਡਾਂ ਤੋਂ ਮੁਕਤ ਹੋ ਜੂ ਤੇ ਫਿਰ ਇਹਨਾਂ ਨੂੰ ਕੌਣ ਪੁੱਛੂ? ਇਸ ਕਰਕੇ ਜ਼ਿਆਦਾਤਰ ਜਿਹੜਾ ਮਨੁੱਖ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਇਨਸਾਨ ਨੂੰ ਜੜ ਦੇ ਨਾਲ ਹੀ ਜੋੜਿਆ ਜਾਵੇ। ਇਹਦੇ ਲਈ ਬੜੀ ਕੋਸ਼ਿਸ਼ ਚੱਲਦੀ ਹੈ। ਜਿੱਦਾਂ ਆਪਾਂ ਰਾਜਨੀਤਿਕ ਲੋਕ ਪ੍ਰਚਾਰ ਕਰਦੇ ਆ ਨਾ ਕਿ ਬਈ ਇਲੈਕਸ਼ਨ ਦੇ ਵਿੱਚ ਫਲਾਨੀਆਂ ਵੋਟਾਂ ਨੇ, ਕਿੱਦਾਂ ਲੈਣੀਆਂ ਨੇ। ਕਈ ਜਾਤਾਂ ਪਾਤਾਂ, ਕਈ ਲਾਲਚ ਲੂਚ ਦੇ ਕੇ ਵੋਟਾਂ ਲੈਂਦੇ ਨੇ। ਉਹਨਾਂ ਨੂੰ ਪਤਾ 5 ਸਾਲ ਮੁੜ ਕੇ ਕਮਾਈ ਕਰਨੀ, ਹੁਣ ਥੋੜਾ ਜਿਹਾ ਲਾਲਚ ਦੇ ਦਿਓ। ਉਸੇ ਹੀ ਤਰ੍ਹਾਂ ਕਈ ਲੋਕ ਜਿਹੜੇ ਇਹ ਵੀ ਹੁੰਦੇ ਨਾ, ਇਹ ਇਸੇ ਤਰ੍ਹਾਂ ਝੂਠਾ ਪ੍ਰਚਾਰ ਕਰ ਦਿੰਦੇ ਨੇ। ਤੁਸੀਂ ਦੇਖੋਗੇ ਜਿਹੜੇ ਕ੍ਰਿਸਚਨ ਲੋਕਾਂ ਦੇ ਵਿੱਚ, ਉਹਨਾਂ ਕੋਲ ਜਿਹੜੇ ਬੰਦੇ ਹੁੰਦੇ ਨਾ, ਜਿਹੜੇ 5-7 ਬੰਦੇ ਅੱਗੇ ਬੈਠੇ ਹੁੰਦੇ, ਉਹ ਸਾਰੇ ਪੇਡ ਲੋਕ ਹੁੰਦੇ, ਜਿਹੜੇ ਲੋਕਾਂ ਨੂੰ ਆਲਰੇਡੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ। ਉਹਨਾਂ ਹਫ਼ਤੇ ਦੇ ਵਿੱਚ ਇੱਕ ਦਿਨ ਆ ਕੇ ਕਿਸੇ ਵੀ ਨਵੇਂ ਚਰਚ ਤੇ ਜਾ ਕੇ ਉਹਨਾਂ ਦੇ ਕਹੇ ਅਨੁਸਾਰ ਕਰਨਾ ਹੈ। ਨਿੱਜਾ ਸਾਹਿਬ ਤੁਹਾਡੀ ਆਵਾਜ਼ ਆਉਂਦੀ ਜੀ, ਮਾਈਕ ਬੰਦ ਕਰ ਦਿਓ। ਹਾਂਜੀ। ਹੁਣ ਜਿਹੜਾ ਇਹ ਲੋਕੀ ਕਰਦੇ ਆ ਕਿ ਏਦਾਂ ਦਾ ਕੋਈ ਵਿਡੰਬਨਾ ਪੈਦਾ ਕਰਦੇ ਆ, ਜਿਹਦੇ ਕਰਕੇ, ਕਿਉਂਕਿ ਇਨਸਾਨ ਜਿਹੜਾ ਨਾ ਸ਼ੁਰੂ ਤੋਂ ਹੀ ਚਮਤਕਾਰ 'ਚ ਹੀ ਵਿਸ਼ਵਾਸ ਕਰਦਾ। ਚਮਤਕਾਰ ਮਤਲਬ ਇਹ ਚਾਹੁੰਦਾ ਹੈ ਕਿ ਚਮਤਕਾਰ ਹੋ ਜੇ। ਕੋਈ ਬੰਦਾ ਆਵੇ, ਜਾਦੂ ਦਾ ਤਮਾਸ਼ਾ ਕਰਕੇ ਮੇਰੇ ਜ਼ਿੰਦਗੀ 'ਚ ਸਾਰੇ ਦੁੱਖਾਂ ਨੂੰ ਖਤਮ ਕਰ ਦੇ, ਜਾਂ ਜਾਦੂ ਦੇ ਨਾਲ ਉਹ ਚੀਜ਼ ਦੇ ਦੇ ਜਿਹੜੀ ਚੀਜ਼ ਮੇਰੇ ਕੋਲ ਨਹੀਂ ਹੈ। ਇਨਸਾਨ ਪਹਿਲੇ ਦਿਨ ਤੋਂ ਹੀ ਜਾਦੂ 'ਚ ਵਿਸ਼ਵਾਸ ਕਰਦਾ ਹੈ। ਇਸੇ ਕਰਕੇ ਤੁਸੀਂ ਵੇਖੋਗੇ ਜ਼ਿਆਦਾਤਰ ਧਾਰਮਿਕ ਸਥਾਨਾਂ ਦੇ ਵਿੱਚ ਏਦਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਜੋ ਇਨਸਾਨ ਨੂੰ ਇੱਕ ਤਸੱਲੀ ਮਿਲ ਜੇ ਕਿ ਇੱਥੇ ਆਉਣ ਦੇ ਨਾਲ ਮੇਰਾ ਫਲਾਨਾ ਮਸਲਾ ਹੱਲ ਹੋ ਜਾਏਗਾ। ਔਰ ਖਾਸ ਕਰਕੇ ਲੋਕਾਂ ਨੇ ਜੋੜੀਆਂ। ਕਿਉਂ ਜੋੜ ਦਿੰਦੇ ਨੇ? ਕਿਉਂਕਿ ਇਨਸਾਨ ਨੂੰ ਬਸ ਤੁਸੀਂ ਉਂਗਲ ਫੜ ਕੇ ਲੈ ਜਾਓ। ਇਹ ਚਾਹੁੰਦਾ ਕਿ ਮੈਂ ਅੱਗੇ ਨਹੀਂ ਜਾਣਾ, ਮੈਂ ਖੁਦ ਨਹੀਂ ਕੁਝ ਗਤੀ ਕਰਨੀ, ਨਾ ਹੀ ਮੈਂ ਭਾਲ ਕਰਨੀ ਆ। ਜਦਕਿ ਜਿਹੜੀ ਅਸਲੀ ਅਧਿਆਤਮਿਕ ਜ਼ਿੰਦਗੀ ਆ ਉਹ ਤੇ ਖੁਦ ਦੀ ਹੀ ਕੀਤੀ ਗਤੀ ਹੈ। ਕਿਸੇ ਦਾ ਇੱਥੇ ਉਦਾਰਾ ਗਿਆਨ ਤੁਹਾਡੀ ਮਦਦ ਨਹੀਂ ਕਰ ਸਕਦਾ। ਗਿਆਨ ਤੁਹਾਡਾ ਉਹੀ ਹੈ ਜਿਹੜਾ ਤੁਹਾਡੇ ਪ੍ਰਾਣਾਂ ਚੋਂ ਪ੍ਰਗਟ ਹੋਇਆ। ਬਾਕੀ ਜਿੰਨਾ ਵੀ ਆਪਾਂ ਪੜ੍ਹਦੇ ਹਾਂ ਇਹ ਕੇਵਲ ਸਾਨੂੰ ਜਾਣਕਾਰੀ ਹੀ ਮਿਲਦੀ ਹੈ। ਤੇ ਜਾਣਕਾਰੀ ਮਿਲਣ ਦੇ ਨਾਲ ਕੀ ਹੋਊਗਾ? ਹੁਣ ਕਿਸੇ ਗੋਰੇ ਨੂੰ ਫੜ ਲਈਏ, ਹਰ ਦਿਨ ਆਪਾਂ ਰਸਗੁੱਲੇ ਦੀਆਂ ਗੱਲਾਂ ਕਰੀਏ। ਰਸਗੁੱਲੇ ਬਹੁਤ ਵਧੀਆ ਹੁੰਦੇ ਨੇ, ਗਰਮ ਹੁੰਦੇ ਨੇ, ਬਹੁਤ ਸਵਾਦ ਲੱਗਦੇ ਨੇ, ਸਾਡੀ ਡਿਸ਼ ਬਹੁਤ ਵਧੀਆ। ਭਾਵੇਂ 100 ਸਾਲ ਤੱਕ ਉਹਨੂੰ ਗੱਲਾਂ ਸੁਣਾਓ, ਜੇਕਰ ਉਹਨੂੰ ਰਸਗੁੱਲੇ ਦੇ ਬਾਰੇ ਗਿਆਨ ਕਰਾਉਣਾ ਵਾ ਤੇ ਉਹਦੇ ਮੂੰਹ 'ਚ ਰਸਗੁੱਲਾ ਹੀ ਪਾਉਣਾ ਪਵੇਗਾ। ਇਸ ਲਈ ਧਾਰਮਿਕ ਸਥਾਨਾਂ ਤੇ ਵੀ ਜਿਹੜੀਆਂ ਗੱਲਾਂ ਕਰਦੇ ਆ ਉਹ ਕੇਵਲ ਰਸਗੁੱਲੇ ਦੇ ਬਾਰੇ ਗੱਲਾਂ ਹੀ ਕਰਦੇ ਆ। ਤੇ ਬੰਦਾ ਉਹਨੇ 'ਚ ਹੀ ਖੁਸ਼ ਰਹਿੰਦਾ, ਗੱਲਾਂ ਸੁਣ ਕੇ ਆ ਜਾਂਦਾ ਹੈ ਕਿ ਇੱਕ ਨਾ ਇੱਕ ਦਿਨ ਰਸਗੁੱਲਾ ਮਿਲੇਗਾ। ਪਰ ਉਹ ਰਸਗੁੱਲਾ ਕਿੱਥੋਂ ਮਿਲੂਗਾ? ਉਹ ਤੇ ਇੱਕ ਕਲਪਨਾ ਕੀਤੀ ਹੁੰਦੀ ਹੈ, ਪਰ ਲੋਕੀ ਕਲਪਨਾ ਕਰ ਦਿੰਦੇ ਨੇ। ਇਸ ਕਰਕੇ ਲੋਕੀ ਕਲਪਨਾ 'ਚ ਜ਼ਿਆਦਾ ਵਿਸ਼ਵਾਸ ਕਰਦੇ। ਹਾਂਜੀ ਨਿੱਜਰ ਸਾਹਿਬ। ਹਾਂ, ਇਹਦੇ ਵਿੱਚ ਕਬੀਰ ਜੀ ਕਹਿ ਰਹੇ ਆ ਕਿ ਵੀ ਭਗਤੀ ਕਰਨੀ ਆ ਤੇ ਉਸ ਮਾਲਕ ਪਰਮਾਤਮਾ ਦੀ ਕਰ,
ਉਹਦੇ ਬਰੋਬਰ ਦਾ ਰਾਜਾ ਨਹੀਂ। ਜੇ ਕੋਈ ਮੰਗ ਕਰਨੀ ਆ ਤੇ ਮਾਲਕ ਪਰਮਾਤਮਾ ਕੋਲੋਂ ਮੰਗ। ਦੁਨੀਆ ਦੇ ਰਾਜੇ ਮਹਾਰਾਜੇ ਜਿਹੜੇ ਹੈਗੇ ਇਹ 4 ਦਿਨ ਦੇ ਹੈਗੇ। ਇਹ ਭੂਪਤ ਸ਼ਬਦ ਦੇ ਉਚਾਰ ਕੇ ਝੂਠੇ ਕਰਤ ਦੀ ਵਾਜਾ, ਝੂਠਾ ਜਿਹੜਾ ਹੈਗਾ ਆਪਣਾ ਹੰਕਾਰ ਪ੍ਰਗਟ ਕਰਦੇ ਆ, ਜਿਹੜੇ ਹੈਗੇ ਦਿਖਾਵਾ ਕਰਦੇ ਆ। ਰਹਾਓ ਤੇਰੋ ਜਨ ਹੋਏ ਸੋਏ ਕਤ ਡੋਲੇ। ਜੇ ਕੋਈ ਤੇਰਾ ਭਗਤ ਹੈਗਾ, ਜਨ ਹੈਗਾ, ਉਹ ਨਹੀਂ ਡੋਲਦਾ ਪਾਏ। 3 ਭਵਨ ਪਰ ਛਾਜਾ, ਉਹ ਤਾਂ ਧਰਤ ਪਤਾਲ ਆਕਾਸ਼ ਉਹਦੀ ਸ਼ੋਭਾ 3 ਭਵਨਾਂ ਦੇ ਵਿੱਚ ਪ੍ਰਗਟ ਹੋ ਜਾਂਦੀ ਆ। ਹਾਥ ਪਸਾਰ ਸਕੇ ਕੋ ਜਨ ਕੋ, ਬੋਲ ਸਕੇ ਨਾ ਅੰਦਾਜ਼ਾ। ਕੋਈ ਵੀ ਜਿਹੜਾ ਹੈਗਾ ਪਰਮੇਸ਼ਰ ਦੇ ਭਗਤ ਨੂੰ ਜਿਹੜਾ ਹੈਗਾ ਉਹਦੇ ਉੱਤੇ ਹੱਥ ਨਹੀਂ ਚੁੱਕ ਸਕਦਾ, ਨਾ ਜਿਹੜਾ ਹੈਗਾ ਉਹ ਅੰਦਾਜ਼ਾ ਜਿਹੜਾ ਹੈਗਾ ਬੋਲ ਸਕੇ ਨਾ ਅੰਦਾਜ਼ਾ, ਉਹਨੂੰ ਜਿਹੜਾ ਹੈਗਾ ਗਲਤ ਬੋਲ ਸਕਦਾ ਹੈ। ਇਸ ਕਰਕੇ ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਹੇ ਮੇਰੇ ਮਨ, ਹੇ ਮੇਰੇ ਮੂਰਖ ਮਨਾ, ਤੂੰ ਮੂੜ ਹੈਗਾ, ਅਚੇਤ ਹੈਗਾ। ਚੇਤ ਇੱਕ ਗੱਲ ਜਿਹੜਾ ਹੈਗਾ ਇਹ ਆਪਣੇ ਚਿੱਤ ਦੇ ਵਿੱਚ ਵਿਚਾਰ ਔਰ ਮਾਲਕ ਪਰਮਾਤਮਾ ਦੀ ਭਗਤੀ ਕਰ, ਉਹਦੇ ਵਿੱਚ ਚਿੱਤ ਜੋੜ ਆਪਣਾ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਤੇਰੇ ਅੰਦਰ ਵੀ ਜਿਹੜੇ ਹੈਗੇ ਉਹ ਅਨਹਦ ਬਾਜੇ ਵੱਜਣ ਲੱਗ ਪੈਣ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਕਹਿ ਕਬੀਰ ਸੰਸਾ ਭ੍ਰਮ ਚੂਖੋ, ਧਰੁਵ ਪ੍ਰਹਲਾਦ ਨਿਵਾਜਾ। ਕਬੀਰ ਜੀ ਕਹਿੰਦੇ ਆ ਮੇਰਾ ਤਾਂ ਸੰਸਾ ਤੇ ਮੇਰਾ ਮਾਇਆ ਦੇ ਵਿੱਚ ਭਟਕਣਾ ਚੁੱਕ ਗਿਆ, ਕਿਉਂਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਭਗਤੀ ਕਰਨ ਵਾਲਾ ਕੋਈ ਬੱਚਾ ਵੀ ਹੋਏਗਾ ਤੇ ਉਹਨੂੰ ਵੀ ਨਿਵਾਜਦਾ ਹੈ ਭਾਈ। ਜਿਵੇਂ ਧਰੁਵ ਤੇ ਪ੍ਰਹਲਾਦ ਨੂੰ ਉਹ ਮਾਲਕ ਪਰਮਾਤਮਾ ਨੇ ਰਕਸ਼ਾ ਕੀਤੀ ਔਰ ਉਹਨਾਂ ਨੂੰ ਨਿਵਾਜਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਇੱਥੇ ਕਹਿ ਰਹੇ ਨੇ ਜਿਸ ਤੋਂ ਬੋਲੋ ਤੇਰੇ ਜਨ ਹੋਏ, ਤੇਰੋ ਜਨ ਹੋਏ ਸੋਏ ਕਤ ਡੋਲੇ। ਤੇਰਾ ਜਨ ਜਿਹੜਾ ਹੈਗਾ ਉਹ ਕਤ ਕਿੱਥੇ ਡੋਲਦਾ ਹੈ? ਤੇਰਾ ਜਨ ਜਿਹੜਾ ਹੈਗਾ ਉਹ ਨਹੀਂ ਡੋਲਦਾ ਕਦੀ ਵੀ। ਉਹ ਤਾਂ ਭਗਤੀ ਕਰੀ ਜਾਂਦਾ ਹੈ ਔਰ ਉਹਦੀ ਸੋਭਾ 3 ਭਵਨਾਂ 'ਚ ਫੈਲ ਜਾਂਦੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਤੇਰਾ ਜਨ ਜਿਹੜਾ ਡੋਲਦਾ ਨਹੀਂ ਹੈ। ਕਿਉਂ ਨਹੀਂ ਡੋਲਦਾ? ਕਿਉਂਕਿ ਉਹਦੀ ਸਪੋਰਟ ਬਹੁਤ ਵੱਡੀ ਹੈ। ਔਰ ਜਦੋਂ ਵੀ ਬੰਦਾ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹਦੀ ਬੰਦਗੀ ਕਰਦਾ ਹੈ, ਤੇ ਉਹਦੀ ਜਿਹੜੀ ਸ਼ੋਭਾ ਹੈ ਉਹ 3 ਭਵਨਾਂ 'ਚ, ਰਜੋ ਤਮੋ ਸਤੋ ਕਹਿ ਲੋ, ਨਹੀਂ ਧਰਤ ਆਕਾਸ਼ ਤੇ ਪਤਾਲ ਕਹਿ ਲੋ, ਇੱਕੋ ਚੀਜ਼ ਹੈ ਬਸ। ਹਾਂਜੀ ਹਾਂਜੀ ਹਾਂ। ਇਹ ਜਿੰਨੇ ਵੀ ਜਿੱਥੇ ਭਵਨ ਦਾ ਮਤਲਬ ਇਹ ਹੈ ਕਿ ਜਿੱਥੇ ਉੱਪਰ ਆ ਥੱਲੇ ਆ, ਪਰ ਇਹ ਜਿਹੜੀ ਪ੍ਰਕਿਰਤੀ ਦੇਖੋ, ਇਹ ਤੇ ਚਲੋ ਪਤਾਲ ਧਰਤੀ ਦੇ ਪਤਾਲ ਦੀ ਗੱਲ ਕਰਦੇ, ਉੱਤੋਂ ਆਕਾਸ਼ ਦੀ ਗੱਲ ਕਰ ਲਈਏ, ਇਹਦੀ ਗੱਲ ਕਰ ਲਈਏ। ਇੱਥੇ ਤੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ। ਇੱਥੇ ਆਪਾਂ ਜੇ ਕਹੀਏ ਕਿ ਰਜੋ ਤਮੋ ਸਤੋ ਹੈ, ਬ੍ਰਹਿਮੰਡ ਹੈ 3 ਸ਼ਕਤੀਆਂ ਤੋਂ ਹੀ ਬਣਿਆ ਹੈ ਜੋ ਵੀ ਹੈ। ਪਰ ਜਦੋਂ ਵੀ ਕੋਈ ਜੀਵ ਇੱਥੋਂ ਨਿਕਲਦਾ ਹੈ, ਇੱਕ ਜੀਵ ਨਿਕਲਦਾ ਹੈ, ਆਪਣੀ ਚੇਤਨਾ ਨੂੰ ਪ੍ਰਗਟ ਕਰਦਾ ਹੈ, ਉਹ ਨਾਦ ਨੂੰ ਪ੍ਰਗਟ ਕਰਦਾ ਹੈ, ਜਿਹੜਾ ਜਾਪ ਕਹਿ ਰਹੇ ਨਾ ਲਿਖਿਆ ਅਨਹਦ ਬਾਜਾ। ਹਾਂ, ਜਿਹੜਾ ਇੱਕ ਰਸ ਨਿਰੰਤਰ ਬਾਜਾ ਵੱਜਦਾ। ਜਦੋਂ ਵੀ ਤੁਸੀਂ ਭਗਤੀ ਕੀਤੀ, ਤੁਹਾਡੇ ਅੰਦਰ ਪ੍ਰਾਣ ਊਰਜਾ ਪ੍ਰਗਟ ਹੋਣੀ ਆ। ਪ੍ਰਗਟ ਹੋਣ ਤੋਂ ਬਾਅਦ ਤੁਹਾਡੇ ਅੰਦਰ ਇੱਕ ਨਾਦ ਵੱਜਣਾ। ਵੈਸੇ ਨਾਦ ਸੁਣੇ ਨਾ ਸੁਣੇ ਕੋਈ ਫਰਕ ਨਹੀਂ ਪੈਂਦਾ। ਉਹਦਾ ਮਤਲਬ ਇੰਨਾ ਹੀ ਹੈ ਕਿ ਜਿਹੜੀ એનર્ਜੀ ਹੈ, ਜਿਹੜੀ ਸਾਡੀ ਪ੍ਰਾਣ ਊਰਜਾ ਹੈ, ਇਹਨੂੰ ਸਿੱਧਾ ਹੀ ਥੱਲੋਂ ਚੁੱਕ ਕੇ ਉੱਪਰ ਪੁਰਸ਼ 'ਚ ਲੈ ਜਾਣਾ। ਉੱਤੇ ਜਿਹੜਾ ਹੈਗਾ ਨਾ, ਉੱਤੇ ਤ੍ਰਿਵੇਣੀ ਸੰਗਮ ਹੁੰਦਾ ਹੈ। ਜੇ ਈੜਾ, ਪਿੰਗਾ ਤੇ ਸੁਖਣਾ, ਇਹ 3 ਦਾ ਮਿਲਣ ਹੁੰਦਾ ਤੁਹਾਡੀ ਤ੍ਰਿਕੁਟੀ ਦੇ ਵਿੱਚ। ਇਹ ਜਦੋਂ 3 ਸ਼ਕਤੀਆਂ ਆਪਸ 'ਚ ਮਿਲਦੀਆਂ ਨੇ ਤੇ ਫਿਰ ਉਹ ਇੱਕ ਨਾਦ ਸੁਣਦਾ ਹੈ ਬੰਦੇ। ਉਹ ਨਾਦ ਮਤਲਬ ਸੁਣਦਾ ਹੈ, ਨਹੀਂ ਸੁਣਦਾ ਕੋਈ ਇੰਪੋਰਟੈਂਟ ਨਹੀਂ ਹੈਗਾ। ਨਾਦ ਦਾ ਮਤਲਬ ਇੰਨਾ ਹੈ ਕਿ ਤੁਹਾਡੀ એનર્ਜੀ ਜਿਹੜੀ ਉੱਪਰ ਨੂੰ ਜਾਣ ਲੱਗ ਪਈ ਹੈ। ਉਹਦੇ ਲਈ ਤੁਹਾਨੂੰ ਪਤਾ ਲੱਗੇਗਾ ਕਿ ਥੱਲੋਂ ਚੀਜ਼ ਸਰ ਕਰਕੇ ਤਾਂ ਨੂੰ ਚੜ੍ਹਦੀ ਹੈ। ਖਾਸ ਕਰਕੇ ਜਿੱਥੇ ਢਿੱਡ ਜਿਹਾ ਵਾ, ਧੁੰਨੀ ਦੇ ਉੱਤੇ ਜਿੱਥੇ ਪੱਥਰੀਆਂ ਸ਼ੁਰੂ ਹੁੰਦੀਆਂ, ਉੱਥੇ ਅਨੁਭਵ ਹੋਵੇਗਾ। ਹਿਰਦੇ ਦੇ ਲਾਗੇ ਮਹਿਸੂਸ ਹੋਵੇਗਾ, ਗਲੇ 'ਚ ਮਹਿਸੂਸ ਹੋਵੇਗਾ, ਜਾਂ ਤਾਲੂ ਦੇ ਉੱਤੇ, ਸਿਰ ਦੇ ਉੱਤੇ, ਜਾਂ ਅਗਲੇ ਬੰਨੇ ਜਿਹੜਾ ਆਗਿਆ ਚੱਕਰ ਹੈਗਾ ਉੱਥੇ ਮਹਿਸੂਸ ਹੋਊਗਾ। ਉੱਥੇ ਖਿੱਚ ਜੀ ਬਣੂਗੀ, ਪਤਾ ਲੱਗੂਗਾ ਕੋਈ ਐਕਟੀਵਿਟੀ ਸ਼ੁਰੂ ਹੋ ਗਈ। ਜਦੋਂ ਨਾਦ ਸ਼ੁਰੂ 'ਚ ਪ੍ਰਗਟ ਹੁੰਦਾ, ਤੁਹਾਡੀਆਂ ਅੱਖਾਂ 'ਚ ਅੱਥਰੂ ਆਉਂਦੇ ਆ, ਨਾਸਾਂ 'ਚੋਂ ਪਾਣੀ ਵਗਦਾ। ਉਹਦੇ ਨਾਲ ਕੀ ਹੁੰਦਾ? ਇੰਦਰੀਆਂ ਦੀ ਸ਼ੁੱਧੀ ਹੁੰਦੀ ਹੈ। ਇਹੋ ਪ੍ਰਾਣ ਊਰਜਾ ਸਿਰ ਦੇ ਵਿੱਚ ਘੁੰਮਦੀ, ਕਿਤੇ ਸੱਜੇ ਖੱਬੇ, ਅੱਗੇ ਪਿੱਛੇ, ਪਿਛਲੇ ਬੰਨੇ ਚਲ ਜਾਂਦੀ ਹੈ। ਕੇਵਲ ਚਿੱਤ ਨੂੰ ਸ਼ੁੱਧ ਕਰਨਾ ਹੁੰਦਾ। ਜਿਹੜੀ
ਚੇਤਨਾ ਹੈ, ਚੇਤਨਾ ਹੀ ਅਨੁਭਵ ਕਰਨ ਵਾਲੀ ਹੈ। ਆਪਣੇ ਅੰਦਰ ਜਿਹੜੀ ਚੇਤਨਾ ਹੈ ਨਾ, ਤੁਸੀਂ ਜਿਹਨੂੰ ਕੌਨਸ਼ੀਅਸਨੈਸ ਕਹਿ ਦਿੰਦੇ ਆ, ਕੌਨਸ਼ੀਅਸਨੈਸ ਜਿਹੜੀ ਤੁਹਾਡੀ ਚੇਤਨਾ ਹੈ ਇਹੋ ਹੀ ਅਨੁਭਵ ਕਰਦੀ ਹੈ। ਤੇ ਕਰਨਾ, ਇਹ ਕਰਨ ਇਹਨੇ ਹੀ ਕਰਨਾ ਹੈ ਤੇ ਇਹਨੇ ਆਪਣੇ ਆਪ ਨੂੰ ਹੀ ਅਨੁਭਵ ਕਰਨਾ ਹੈ। ਇਸ ਤੋਂ ਅੱਗੇ ਹੋਰ ਕੁਝ ਨਹੀਂ ਹੈਗਾ। ਠੀਕ, ਇਹ ਤੁਹਾਡੀ ਜ਼ਿੰਦਗੀ ਦੀ ਆਖਰੀ ਮੰਜ਼ਿਲ ਹੈ। ਜਦੋਂ ਤੁਸੀਂ ਇੱਕ ਐਸੇ ਬਿੰਦੂ ਤੇ ਪਹੁੰਚ ਗਏ ਜਿਸ ਤੋਂ ਅੱਗੇ ਨਹੀਂ ਜਾਇਆ ਜਾ ਸਕਦਾ, ਸਭ ਕੁਝ ਰੁਕ ਗਿਆ। ਇਹ ਜਿਹੜੀ ਸ਼ੁਰੂ ਚ ਗਤੀ ਹੁੰਦੀ ਹੈ, ਤੁਹਾਨੂੰ ਏਦਾਂ ਲੱਗੂਗਾ ਜਿੱਦਾਂ ਤੁਸੀਂ ਗੁਫਾ ਦੇ ਵਿੱਚ ਜਾ ਰਹੇ, ਜਾਂ ਤੁਹਾਨੂੰ ਏਦਾਂ ਲੱਗੂਗਾ ਕਿ ਘੰਟਾ ਅੱਧਾ ਘੰਟਾ ਲੰਘ ਗਿਆ। ਹੁਣ ਕੱਲ ਇੱਕ ਵੀਰ ਦਾ ਫੋਨ ਆਇਆ ਸੀ, ਕਹਿੰਦੇ ਵੀਰ ਜੀ ਮੈਂ ਨਿਰਵਿਚਾਰ ਨਹੀਂ ਹੋ ਰਿਹਾ। ਮੈਂ ਦੇਖੋ ਪਤਾ ਕੀ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਤੁਹਾਡੀ ਉਮਰ ਹੋ ਗਈ 60 ਸਾਲ। 60 ਸਾਲ ਦੇ ਵਿੱਚ ਤੁਹਾਡੀ ਜਿਹੜੀ ਸੈਂਸਿਟੀਵਿਟੀ ਘਟ ਗਈ। ਮੈਂ ਏਦਾਂ ਹੁੰਦਾ ਵਾ ਕਿ ਤੁਸੀਂ ਨਾ ਇੱਕ ਚੀਜ਼ ਨੂੰ ਵੇਖੋ, ਇੱਕ ਜਸਟ ਚੀਜ਼ ਨੂੰ ਸੋਚੋ ਕਿ ਇੱਕ ਚੀਜ਼ ਸਵਾਦ ਨਹੀਂ ਆ, ਤੁਸੀਂ ਉਹਦੀ ਇੱਕ ਬੁਰਕੀ ਨਹੀਂ ਖਾ ਸਕਦੇ। ਔਰ ਜੇ ਤੁਸੀਂ 1 ਘੰਟਾ ਹਰ ਦਿਨ ਸਾਧਨਾ 'ਚ ਬਹਿ ਰਹੇ ਜਿਓ, ਔਰ ਤੁਹਾਡੇ ਅੰਦਰ ਇੱਕ ਇੱਛਾ ਵਾ ਕਿ ਕਿਸੇ ਤਰੀਕੇ ਨਾਲ ਸਵੇਰੇ ਜਾਂ ਸ਼ਾਮੀ ਅੱਧਾ ਘੰਟਾ ਬੈਠਾ ਜਾਵੇ, ਇਹਦਾ ਮਤਲਬ ਕਿ ਜਿਹੜਾ ਤੁਹਾਡੇ ਅੰਦਰ ਹੈਗਾ ਉਹਨੂੰ ਪਤਾ ਵਾ, ਕੁਝ ਉਥੋਂ ਅਨੁਭਵ ਕਰ ਰਿਹਾ ਹੈ। ਕਿਉਂਕਿ ਬਿਨਾਂ ਮਤਲਬ ਦੇ ਤੇ ਨਿੱਜਰ ਸਾਹਿਬ ਕੋਈ ਕਿਸੇ ਦੀ ਗੱਲ ਸੁਣ ਹੀ ਨਹੀਂ ਸਕਦੇ ਆਪਾਂ। ਬਿਲਕੁਲ। ਇਹ ਚੀਜ਼ ਦੇਖੋ, ਕੋਈ ਬੰਦਾ ਕਹਿੰਦਾ ਵੀਰ ਜੀ ਮੇਰਾ ਧਿਆਨ ਨਹੀਂ ਲੱਗਣ ਦਿਆ। ਮੈਂ ਨਾ ਲੱਗਣ ਦਾ ਮਤਲਬ ਕੀ ਆ? ਤੁਹਾਨੂੰ ਕਿੱਦਾਂ ਪਤਾ ਲੱਗਦਾ ਤੁਹਾਡਾ ਧਿਆਨ ਨਹੀਂ ਲੱਗਦਾ? ਕਹਿੰਦਾ ਵੀਰ ਜੀ ਵਿਚਾਰ ਬਹੁਤ ਆਉਂਦੇ। ਮੈਂ ਦੇਖੋ ਪਤਾ ਕੀ ਹੁੰਦਾ, ਜਦੋਂ ਆਪਾਂ ਸੌਂਦੇ ਆ ਉਦੋਂ ਸੁਪਨੇ ਆਉਂਦੇ ਆ, ਤੇ ਜਾਂ ਜਦੋਂ ਆਪਾਂ ਉੱਡਦੇ ਆ ਉਦੋਂ ਸੁਪਨੇ ਆਉਂਦੇ। ਮੈਂ ਪੁਲ ਵੇਖਿਆ, ਪੁਲ ਨਿੱਜਰ ਸਾਹਿਬ ਹੌਲੀ ਹੌਲੀ ਸੜਕ ਤੋਂ ਤਾਂ ਉੱਠਦਾ, ਔਰ ਇੱਕ ਸਮਾਂ ਆਉਂਦਾ ਬਿਲਕੁਲ ਹੀ ਉੱਠ ਜਾਂਦਾ ਤੇ ਸੜਕ ਤੇ ਪੁਲ ਦੇ ਵਿੱਚ ਗੈਪ ਆ ਜਾਂਦਾ। ਮੈਂ ਉਹ ਸਭ ਤੁਹਾਡੀ ਨੀਂਦ ਹੈ। ਮੈਂ ਜਦੋਂ ਆਪਣੀ ਸੁਰਤੀ ਥੱਲੇ ਉਤਰਦੀ ਹੈ ਨਾ, ਉਦੋਂ ਵਿਚਾਰ ਮੰਡਲ ਚ ਉਹਨੇ ਫਿਰ ਵਾਪਸ ਆਉਣਾ ਹੁੰਦਾ। ਉਹਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਵਿਚਾਰ ਬਹੁਤ ਆਉਂਦੇ ਆ। ਮੈਂ ਜੇਕਰ ਤੁਹਾਡੀ ਸੁਰਤੀ ਇਕਾਗਰ ਨਹੀਂ ਹੋ ਰਹੀ, ਤੁਹਾਨੂੰ ਸਮਾਧੀ ਨਸੀਬ ਨਹੀਂ ਹੋ ਰਹੀ, ਮੈਂ ਤੁਸੀਂ ਬਹਿ ਹੀ ਨਹੀਂ ਸਕਦੇ। ਨਿੱਜਰ ਸਾਹਿਬ ਤੁਹਾਨੂੰ ਨੀਂਦ ਨਹੀਂ ਆਉਂਦੀ, ਤੁਸੀਂ ਲੰਮੇ ਪੈ ਜਾਓਗੇ? ਦੱਸੋ ਮੈਨੂੰ। ਨਹੀਂ, ਤੁਸੀਂ ਇੰਝ ਕਿਤੇ ਖੱਬੇ ਕਿਤੇ ਸੱਜੇ, ਕਿਤੇ ਖੱਬੇ ਕਿਤੇ ਉੱਪਰ ਕਿਤੇ ਥੱਲੇ। ਜਦੋਂ ਨੀਂਦ ਆ ਗਈ ਆ ਫਿਰ ਤੁਹਾਨੂੰ ਹੋਸ਼ ਕੋਈ ਨਾ। ਪਰ ਜੇਕਰ ਨੀਂਦ ਨਹੀਂ ਆਈ ਤਾਂ ਤੁਸੀਂ ਬਹਿ ਨਹੀਂ ਸਕਦੇ। ਇਹਦਾ ਮਤਲਬ ਜੇ ਤੁਹਾਡਾ ਧਿਆਨ ਇਕਾਗਰ ਹੋ ਰਿਹਾ ਤਾਂ ਹੀ ਤੁਸੀਂ 45 ਮਿੰਟ 40 ਮਿੰਟ ਬਹਿ ਗਏ ਜੋ। ਨਹੀਂ ਤਾਂ ਅਦਰਵਾਈਜ਼ ਤੇ 2 ਮਿੰਟ ਨਹੀਂ ਬੈਠਾ ਜਾਂਦਾ ਬੰਦੇ ਕੋਲ, ਬੰਦਾ ਹਿੱਲੀ ਜਾਂਦਾ। ਬਿਲਕੁਲ ਠੀਕ ਹੈ ਜੀ। ਹਾਂਜੀ, ਅੱਗੇ ਚੱਲੀਏ ਨੇ ਜੀ ਸਰ। चेत अचेत नहीं हाथ पसार सके को जन को बोल सके ना अंदाजा। ਕਹਿੰਦੇ ਜਿਹੜਾ ਭਗਤੀ ਕਰਨ ਵਾਲਾ ਹੈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਰੱਖਿਆ ਕਰਦਾ ਹੈ। ਮਾਲਕ ਪਰਮਾਤਮਾ ਜਿਵੇਂ ਧਰੂ ਪ੍ਰਹਲਾਦ ਦੀ ਰੱਖਿਆ ਕੀਤੀ ਹੈ ਮਾਲਕ ਪਰਮਾਤਮਾ ਨੇ, ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਕਿਉਂਕਿ ਮਾਲਕ ਨੇ ਜਿਹੜੀ ਇਹ ਖੇਡ ਪਾਈ ਹੈ, ਜੋ ਵੀ ਸੰਸਾਰ ਦੀ ਰਚਨਾ ਕੀਤੀ ਆ, ਇਹ ਸਾਰੀ ਭਗਤੀ ਕਰਨ ਵਾਸਤੇ ਕੀਤੀ ਆ। ਇਹੀ ਇਹਦਾ ਜਿਹੜਾ ਹੈਗਾ ਮੇਨ ਜਿਹੜਾ ਹੈਗਾ ਮਕਸਦ ਇਹਦਾ ਇਹੀ ਹੈਗਾ। ਤੇ ਜਨ ਜਿਹੜਾ ਹੈਗਾ ਜੇ ਕੋਈ ਭਗਤੀ ਕਰ ਰਿਹਾ ਫਿਰ ਉਹਦੀ ਰੱਖਿਆ ਜਿਹੜੀ ਹੈਗੀ, ਜੇ ਮਾਲਕ ਪਰਮਾਤਮਾ ਰੱਖਿਆ ਨਹੀਂ ਕਰੂਗਾ ਤੇ ਫਿਰ ਜਿਹੜਾ ਹੈਗਾ ਫਿਰ ਉਹਦੀ ਭਗਤੀ ਕਰਨ ਦਾ ਫਾਇਦਾ ਕੀ ਹੈ? ਫਿਰ ਉਹਦੀ ਸ਼ਰਨ 'ਚ ਜਾਣ ਦਾ ਕੀ ਫਾਇਦਾ ਹੈਗਾ? ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਾਸ ਹੈ। ਸ਼ੇਰ ਦੀ ਸ਼ਰਨ 'ਚ ਜਾਣ ਦਾ ਕੀ ਫਾਇਦਾ ਜੇ ਇਹ ਗਿੱਦੜ ਜਿਹੜੇ ਹੈਗੇ ਇਹੀ ਤੰਗ ਕਰਨ। ਹੱਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜ਼ਾ। ਕਹਿੰਦੇ ਨਹੀਂ, ਤੇਰੇ ਜਨ ਜਿਹੜਾ ਬੇਫਿਕਰ, ਕੋਈ ਉਹਨੂੰ ਹੱਥ ਪਸਾਰ ਨਹੀਂ ਸਕਦਾ, ਨਾ ਉਹ ਹੱਥ ਚੁੱਕ, ਨਾ ਉਹਨੂੰ ਜਿਹੜਾ ਹੈਗਾ ਕੋਈ ਗਲਤ ਬੋਲ ਸਕਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਵੀ ਬੰਦਾ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ, ਉਹ ਮਤਲਬ ਉਹ ਇੱਕ ਐਸੀ ਅਵਸਥਾ 'ਚ ਆ ਜਾਂਦਾ ਹੈ। ਵੈਸੇ ਵੀ ਤੁਹਾਨੂੰ ਪਰਮਾਤਮਾ ਰੂਪੀ ਜਿਹੜੀ ਸ਼ਕਤੀ ਆ ਉਹਨੇ ਪ੍ਰੋਟੈਕਟ ਕਰਨਾ ਹੈ। ਜਦੋਂ ਛੋਟਾ ਪੌਦਾ ਹੁੰਦਾ ਨਾ, ਦੇਖੋ ਪੌਦੇ ਨੂੰ ਲਾਉਣ ਤੋਂ ਬਾਅਦ ਆਪਾਂ ਭੁੱਲ ਨਹੀਂ ਜਾਂਦੇ, ਆਪਾਂ ਉਹਦੀ ਵਾੜ ਕਰਦੇ ਹਾਂ, ਉਹਨੂੰ ਪਾਣੀ ਪੂਣੀ ਵੀ ਪਾਉਂਦੇ ਆ। ਕਿਉਂ ਪਾਉਂਦੇ ਆ? ਕਿ ਸਾਨੂੰ ਪਤਾ ਹੈ ਕਿ ਪੌਦਾ ਕਮਜ਼ੋਰ ਹੈਗਾ। ਇਸੇ ਹੀ ਤਰ੍ਹਾਂ ਜਦੋਂ ਨਵਾਂ ਸਾਧਕ ਸਾਧਨਾ ਕਰਦਾ ਹੈ, ਨਿੱਜਰ ਸਾਹਿਬ, ਇਹਨੂੰ ਪ੍ਰਕਿਰਤੀ ਵੀ ਬਚਾਉਂਦੀ ਆ ਔਰ ਕਈ ਜਗ੍ਹਾ ਤੇ ਸਾਨੂੰ ਮਜ਼ਬੂਤ ਵੀ ਕਰਦੀ ਹੈ। ਦੇਖੋ ਹੁਣ ਕਈ ਵਾਰੀ ਆਪਾਂ ਬੱਚੇ ਨੂੰ ਨਹੀਂ ਕਹਿੰਦੇ ਯਾਰ ਥੋੜਾ ਭਾਰੀ ਵਜਨ ਚੁੱਕ ਕੇ ਦੇਖ, ਉਹ ਕੋਸ਼ਿਸ਼ ਕਰਦਾ ਅਗਲਾ। ਕਿਉਂ ਕਰਦਾ ਹੈ? ਕਿਉਂਕਿ ਉਹ ਜੇ ਉਹਨੂੰ ਚੈਲੰਜ ਨਹੀਂ ਕਰਾਂਗੇ ਤੇ ਨਿੱਜਰ ਸਾਹਿਬ ਉਹਦੀ ਪੋਟੈਂਸ਼ੀਅਲ ਜਿਹੜੀ ਹੈਗੀ ਉਹ ਪ੍ਰਗਟ ਨਹੀਂ ਹੋਣੀ। ਬਿਲਕੁਲ ਸਹੀ ਹੈ ਜੀ। ਹੁਣ ਦੇਖੋ ਆਪ ਇੱਕ ਚੀਜ਼ ਨੂੰ ਸਮਝੋ,
ਹੁਣ ਆਪਾਂ ਇੱਕ ਚੀਜ਼ ਨੂੰ ਥੋੜਾ ਚੈੱਕ ਕਰਦੇ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਦਾ ਇਮਤਿਹਾਨ ਲਿਆ ਤੇ ਇੱਕ ਤਰਫ ਉਹ ਵੇਖੋ ਉਹਨਾਂ ਨੇ ਬੜੇ ਸਾਫ਼ ਸੁਥਰੇ ਕੱਪੜੇ ਪਾਏ ਨੇ, ਫਿਰ ਉਹਨਾਂ ਨੂੰ ਪੰਡ ਚਕਾਤੀ ਹੈ ਪੱਠਿਆਂ ਦੀ, ਗਿੱਲੇ ਪੱਠਿਆਂ ਦੀ, ਤੇ ਉਹ ਘਰ ਦੇ ਉਹਨਾਂ ਦੇ ਪੁੱਛਦੇ ਨੇ ਕਿ ਤੁਸੀਂ ਕੀ ਕਰ ਰਹੇ ਜੋ। ਕਹਿਣ ਤੋਂ ਭਾਵ ਇਹ ਆ ਕਿ ਇੱਕ ਤੇ ਦੇਖੋ ਪਤਾ ਵਾ ਕਿ ਇਹ ਜਿਹੜਾ ਬੱਚਾ ਹੈ ਇਹਦੇ ਅੰਦਰ ਡਾਕਟਰ ਬਣਨ ਦੀ ਸ਼ਕਤੀ ਹੈਗੀ ਆ, ਪਰ ਕੱਲੀ ਸ਼ਕਤੀ ਹੋਣ ਦੇ ਨਾਲ ਡਾਕਟਰ ਥੋੜੀ ਬਣ ਜਾਣਾ ਉਹਨੇ। ਉਹ ਉਸ ਨੂੰ ਇੱਕ ਪ੍ਰੋਸੈਸ ਦੇ ਵਿੱਚੋਂ, ਇੱਕ ਇਮਤਿਹਾਨ ਦੇ ਵਿੱਚੋਂ, ਇੱਕ ਐਸੀ ਪ੍ਰਕਿਰਿਆ ਦੇ ਵਿੱਚੋਂ ਦੀ ਲੰਘਣਾ ਪਊਗਾ, ਫਿਰ ਉਹ ਡਾਕਟਰ ਬਣਦਾ ਹੈ। ਕੱਲੀ ਕਾਬਲੀਅਤ ਹੋਣ ਦੇ ਨਾਲ ਗੱਲ ਖਤਮ ਨਹੀਂ ਹੋ ਜਾਂਦੀ। ਆਪਾਂ ਵੀ ਜਦੋਂ ਇਸ ਮਾਰਗ ਤੇ ਚੱਲਦੇ ਹਾਂ, ਕਈ ਗੱਲਾਂ ਸਾਡੇ ਜੀਵਨ 'ਚ ਵਾਪਰਦੀਆਂ ਨੇ, ਕਈ ਚੰਗੀਆਂ ਹੁੰਦੀਆਂ ਨੇ, ਕਈ ਮਾੜੀਆਂ ਹੁੰਦੀਆਂ ਨੇ। ਪਰ ਦੇਖੋ ਜਦੋਂ ਘੁਮਿਆਰ ਬਰਤਨ ਬਣਾਉਂਦਾ ਹੈ, ਕਿੱਦਾਂ ਉਹ ਬਰਤਨ ਨੂੰ ਥਪਾਉਂਦਾ ਹੈ, ਥੱਪਦਾ ਹੈ, ਠੀਕ ਹੈ। ਉਹ ਥੱਪ ਕੇ ਉਹਦੇ ਵਿੱਚੋਂ ਇੱਕ ਖੂਬਸੂਰਤ ਬਰਤਨ ਨੂੰ ਤਿਆਰ ਕਰਦਾ ਹੈ, ਹੱਥ ਅੰਦਰ ਵੀ ਲਾਉਂਦਾ, ਬਾਹਰੋਂ ਵੀ ਲਾਉਂਦਾ, ਕਿ ਕਿਸੇ ਤਰੀਕੇ ਨਾਲ ਉਹਦੀ ਜਿਹੜੀ ਸ਼ੇਪ ਆ ਵਧੀਆ ਬਣ ਜਾਏ। ਇਸੇ ਹੀ ਤਰ੍ਹਾਂ ਸਾਧਕ ਦਾ ਵੀ ਹੈ, ਉਹ ਇੱਕ ਪ੍ਰੋਸੈਸ ਹੈਗਾ। ਜਦੋਂ ਸਾਧਕ ਵਿੱਚੋਂ ਲੰਘਦਾ ਹੈ ਨਾ, ਕਈ ਗੱਲਾਂ ਜਿਹੜੀਆਂ ਨੇ ਸਾਡੇ ਜਿਹੜੀਆਂ ਹੀ ਸਿੱਖਣੀਆਂ ਹੁੰਦੀਆਂ ਨੇ, ਉਹ ਸਾਨੂੰ ਸਾਧਨਾ ਕਰਨ ਦੇ ਵਿੱਚ ਹੀ ਪਤਾ ਲੱਗਦੀਆਂ, ਸਧਾਰਨ ਬੰਦੇ ਨੂੰ ਨਹੀਂ ਪਤਾ ਲੱਗਦਾ। ਇਸੇ ਕਰਕੇ ਦੇਖੋ ਜਿਹੜੇ ਇਤਿਹਾਸ ਦੇ ਵਿੱਚ ਜਿੰਨੇ ਵੀ ਸਾਧਕ ਹੋਏ ਨੇ ਜਾਂ ਕੋਈ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਦਾ ਵੀ ਇਮਤਿਹਾਨ ਹੋਇਆ। ਕਿਉਂਕਿ ਪ੍ਰਕਿਰਤੀ ਦੇ ਵਿੱਚ ਦੇਖੋ ਜੋ ਵੀ ਬੰਦਾ ਪ੍ਰਕਿਰਤੀ ਚ ਆਉਂਦਾ ਹੈ ਨਾ, ਪ੍ਰਕਿਰਤੀ ਨੇ ਆਪਣੀ ਕਿਰਿਆ ਕਰਨੀ ਹੁੰਦੀ। ਪਰ ਇਹ ਆ ਕਿ ਦੇਖੋ ਹੁਣ ਇੱਕ ਬੱਚਾ ਵਾ, ਇੱਕ ਬੱਚਾ ਬਹੁਤ ਇੰਟੈਲੀਜੈਂਟ ਆ, ਇੱਕ ਬੱਚਾ ਸਧਾਰਨ ਆ। ਹੁਣ ਜਿਹੜਾ ਇੰਟੈਲੀਜੈਂਟ ਆ ਉਹਨੂੰ ਜਿਹੜਾ ਮਰਜ਼ੀ ਪੇਪਰ ਪਾ ਦਈਏ, ਉਹਦੇ ਲਈ ਪਾਸ ਕਰਨਾ ਕੋਈ ਔਖਾ ਕੰਮ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹੈ, ਉਹਨੇ ਚੀਜ਼ ਨੂੰ ਸਮਝਿਆ। ਇਸੇ ਹੀ ਤਰ੍ਹਾਂ ਇੱਕ ਸਧਾਰਨ ਬੰਦਾ ਜਿਹੜਾ ਹੁੰਦਾ ਵਾ, ਜਦੋਂ ਤੇ ਦੁੱਖ ਆਉਂਦਾ ਨਾ, ਤੇ ਉਹ ਕੀ ਕਰਦਾ, ਬੜੀਆਂ ਚੀਕਾਂ ਮਾਰਦਾ। ਦੂਜੀ ਤਰਫ ਜਿਹੜਾ ਸਾਧਕ ਹੁੰਦਾ ਹੈ, ਉਹ ਅੰਦਰੋਂ ਇੱਕਦਮ ਸ਼ਾਂਤ ਹੁੰਦਾ ਹੈ, ਉਹਦੀ ਮਨ ਦੀ ਅਵਸਥਾ ਕਾਫੀ ਸੁਥਰੀ ਹੁੰਦੀ ਹੈ, ਉਹਦੇ ਅੰਦਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਜ਼ਿਆਦਾ ਹੁੰਦੀ। ਵੈਸੇ ਸਧਾਰਨ ਬੰਦੇ ਨੂੰ ਵੇਖੋਗੇ ਨਾ, ਉਹਨੂੰ ਗਰਮੀ ਵੀ ਬਹੁਤ ਲੱਗਦੀ ਹੈ ਤੇ ਠੰਡ ਵੀ ਬਹੁਤ ਲੱਗਦੀ ਹੈ, ਤੇ ਦੁੱਖ ਵੀ ਬਹੁਤ ਲੱਗਦਾ ਹੈ ਤੇ ਸੁੱਖ ਦਾ ਵੀ ਉਹਨੂੰ ਅਨੁਭਵ ਬਹੁਤ ਜ਼ਿਆਦਾ ਹੁੰਦਾ ਹੈ। ਪਰ ਦੂਜੀ ਤਰਫ ਜਿਹੜਾ ਬੰਦਾ ਸਾਧਕ ਹੁੰਦਾ ਹੈ, ਦੇਖੀਏ, ਜਿਹੜਾ ਜਪ ਤਪ ਕਰਦਾ ਹੈ, ਸੰਜਮ ਕਰਦਾ ਹੈ। ਤਪ ਦਾ ਮਤਲਬ ਇਹੋ ਹੀ ਆ, ਇੰਦਰੀਆਂ ਨੂੰ ਤਪਾਉਣਾ, ਇੰਦਰੀਆਂ ਦੀ ਤਪੱਸਿਆ। ਆਪਣੇ ਅੰਦਰ ਜਿੱਦਾਂ ਕੋਈ ਚੀਜ਼ ਹੈਗੀ ਆ, ਸਧਾਰਨ ਬੰਦੇ ਨੂੰ ਭੁੱਖ ਲੱਗੀ ਹੈ ਨਾ, ਤਾਂ ਉਸੇ ਟਾਈਮ ਹੀ ਉਹਨੇ ਭੱਜੇ ਰਸੋਈ 'ਚ ਜਾਣਾ, ਉਹਨੇ ਰਾਸ਼ਨ ਲੈ ਆਉਣਾ। ਦੂਜੀ ਤਰਫ ਜਿਹੜਾ ਸਾਧਕ ਹੁੰਦਾ, ਵੇਖੋ ਉਹਦੇ ਅੰਦਰ ਇੰਨੀ ਸਮਰੱਥਾ ਹੁੰਦੀ ਆ, ਉਹ ਚੀਜ਼ ਨੂੰ ਕੰਟਰੋਲ ਕਰ ਸਕਦਾ, ਜ਼ਬਰਦਸਤੀ ਨਹੀਂ, ਓਦਾਂ ਹੀ ਉਹਦੀਆਂ ਇੰਦਰੀਆਂ ਕੰਟਰੋਲ 'ਚ ਹੁੰਦੀਆਂ। ਉਸ ਬੰਦੇ ਦੀ ਭੁੱਖ ਪਿਆਸ ਜਿਹੜੀ ਹੁੰਦੀ ਕਾਫੀ ਕੰਟਰੋਲ 'ਚ ਆ ਜਾਂਦੀ। ਜੇਕਰ ਚਾਹਵੇ ਤੇ ਉਹ ਥੋੜਾ ਵੀ ਬੋਲ ਸਕਦਾ, ਜੇਕਰ ਉਹ ਚਾਹਵੇ ਤਾਂ। ਦੇਖੋ ਇਹ ਸਾਧਕ ਦੀ ਪਛਾਣ ਆ, ਕਿਉਂਕਿ ਇੰਦਰੀਆਂ ਤੇ ਕੰਟਰੋਲ ਹੋ ਗਿਆ। ਨਹੀਂ ਦਿਲ ਕਰਦਾ ਤੇ ਨਹੀਂ ਬੋਲੇਗਾ, ਉਹ ਜ਼ਬਰਦਸਤੀ ਨਹੀਂ ਆ, ਕੋਈ ਇੰਦਰੀਆਂ ਦੀ ਗੁਲਾਮੀ ਨਹੀਂ ਹੈ। ਸਾਰਾ ਦਿਨ ਬੋਲਦਾ ਰਹੂ, ਉਹਦੀ ਮਰਜ਼ੀ ਹੈ, ਬੋਲੇਗਾ, ਨਹੀਂ ਮਰਜ਼ੀ ਤੇ ਨਹੀਂ ਬੋਲੇਗਾ, ਉਹਦਾ ਕੰਟਰੋਲ ਹੈ ਪੂਰਾ। ਹਾਂਜੀ ਠੀਕ ਹੈ ਨਿਜਾ ਸਾਹਿਬ, ਅੱਗੇ ਚਲੀਏ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ। ਇਸ ਕਰਕੇ ਮੇਰੇ ਮਨਾ, ਤੂੰ ਅਚੇਤ ਹੈਗਾ ਆ ਔਰ ਗੱਲ ਨੂੰ ਫੜ ਨਹੀਂ ਰਿਹਾ, ਮੂੜ ਹੈਗਾ ਹੈ ਤੂੰ। ਉਹ ਮਾਲਕ ਪਰਮਾਤਮਾ ਦੀ ਉਸ ਰਾਜੇ ਦੀ ਬੰਦਗੀ ਕਰ। ਕਹਿ ਕਬੀਰ ਸੰਸਾ ਪ੍ਰਮ ਚੂਕੋ ਧਰੁ ਪ੍ਰਹਲਾਦ ਨਿਵਾਜਾ। ਔਰ ਤੇਰੇ ਅੰਦਰ ਅਨਹਦ ਸ਼ਬਦ ਵੱਜਣ ਲੱਗ ਪੈਣਗੇ, ਔਰ ਤੇਰਾ ਸੰਸਾ ਜਿਹੜਾ ਹੈਗਾ, ਸਹਿਮ ਜਿਹੜਾ ਹੈਗਾ, ਡਰ ਜਿਹੜਾ ਹੈਗਾ ਦੂਰ ਹੋ ਜਾਏਗਾ। ਔਰ ਤੇਰਾ ਮਾਇਆ ਦਾ ਭਰਮ ਜੋ ਮਾਲਕ ਪਰਮਾਤਮਾ ਨੇ ਇਹ ਜੋ ਇਮਤਿਹਾਨ ਪਾਇਆ, ਇਹਦੇ ਵਿੱਚ ਤੂੰ ਜਿਹੜਾ ਹੈਗਾ ਪਾਸ ਹੋ ਜਾਏਗਾ ਭਾਈ। ਜਿਵੇਂ ਧਰੂ ਤੇ ਪ੍ਰਹਲਾਦ ਜਿਹੜੇ ਹੈਗੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਚੇਤ ਅਚੇਤ ਮੂੜ ਮੇਰੇ ਮਨ, ਮੇਰੇ ਮਨ ਮੇਰੇ ਬਾਜੇ ਅਨਹਦ ਬਾਜੇ। ਹੁਣ ਇਹ ਚੇਤ ਅਚੇਤ ਦਾ ਮਤਲਬ ਕੀ ਹੋਇਆ? ਆਪਾਂ ਅਚੇਤ ਹੀ ਹੈਗੇ ਆ। ਮਹਾਰਾਜ ਕਹਿੰਦੇ ਆ ਮੇਰੇ ਮਨਾ ਤੂੰ ਅਚੇਤ ਕਿਉਂ ਰਹਿ ਰਿਹਾ ਹੈ? ਚੇਤ ਹੋ, ਚੇਤਨ ਹੋ, ਪਰਮਾਤਮਾ ਨੂੰ ਚੇਤੇ ਕਰ, ਮਾਲਕ ਦੀ ਬੰਦਗੀ ਕਰ। ਹਾਂਜੀ ਹੁਣ ਜਦੋਂ ਆਪਾਂ ਅਚੇਤ ਹੁੰਦੇ ਆ ਉਦੋਂ ਤੇ ਨਹੀਂ ਬਾਜਾ ਬਾਜਦਾ। ਜਦੋਂ ਆਪਾਂ ਚੇਤਨ ਹੋ ਜਾਂਦੇ ਆ, ਪ੍ਰਾਣ ਪ੍ਰਗਟ ਹੋ ਜਾਂਦੇ ਆ, ਫਿਰ ਹੀ ਤੇ ਬਾਜਾ ਬਾਜਦਾ।
ਤੇ ਜਿਹੜਾ ਮੂਡ ਮਨ ਆ ਉਹ ਤੇ ਬੇਹੋਸ਼ੀ ਜਿਹੀ ਜੀਵਨ ਬਤੀਤ ਕਰਦਾ ਹੈ। ਹੁਣ ਦੇਖੋ ਆਮ ਤੌਰ ਤੇ ਜਿਹੜਾ ਸੰਸਾਰ ਤੇ ਬੰਦਾ ਆਉਂਦਾ ਹੈ ਉਹਨੂੰ ਕੀ ਪਤਾ ਹੈ ਕਿ ਰੱਬ ਕੀ ਚੀਜ਼ ਹੈ। ਉਹ ਕੁਝ ਥੋੜੀ ਸੋਚਦਾ ਹੈ ਕਿ ਇਹ ਧਰਤੀ ਦੇ ਪਿੱਛੇ ਕੋਈ ਸ਼ਕਤੀ ਹੈ ਜਿਹੜੀ ਇਹਨੂੰ ਆਪਰੇਟ ਕਰ ਰਹੀ ਹੈ, ਇਹ ਜਿਹੜਾ ਸਾਰਾ ਸਿਸਟਮ ਚੱਲਣ ਦਿਆ ਇਹਦੇ ਪਿੱਛੇ ਕੋਈ ਕਰਤਾ ਹੈਗਾ। ਉਹਦੇ ਮਨ 'ਚ ਇੰਨੀ ਗੱਲ ਨਹੀਂ ਆਉਂਦੀ, ਨਾ ਹੀ ਉਹਦੇ ਮਨ 'ਚ ਜਗਿਆਸਾ ਹੈ। ਉਹਦੇ ਮਨ 'ਚ ਕੇਵਲ ਇੰਨਾ ਹੀ ਹੈ ਕਿ ਧਾਰਮਿਕ ਸਥਾਨ ਤੇ ਜਾ ਕੇ ਮੱਥਾ ਟੇਕਣਾ ਤੇ ਘਰੇ ਆ ਜਾ। ਉੱਥੇ ਕੇਵਲ ਇੰਨਾ ਕੰਮ ਕਰਨ ਦੀ ਲੋੜ ਆ, 2-4 ਪਾਠ ਪੜ੍ਹ ਆਉਣੇ ਆ ਜਾਂ ਥੋੜੀ ਬਹੁਤੀ ਸੇਵਾ ਕਰਾਉਣੀ ਆ। ਬਾਕੀ ਘਰੇ ਆ ਕਿ ਜੀਵਨ 'ਚ ਕੀ ਕਰਨਾ ਹੈ, ਕਿੱਦਾਂ ਕਿਸੇ ਨਾਲ ਗੱਲਬਾਤ ਕਰਨੀ ਆ, ਕਿੱਦਾਂ ਮਤਲਬ ਗਿਆਨ ਪ੍ਰਾਪਤ ਕਰਨਾ ਹੈ, ਕਿੱਦਾਂ ਬੰਦਗੀ ਕਰਨੀ ਆ, ਨਹੀਂ ਪਤਾ ਉਹਨੂੰ। ਕਿਉਂਕਿ ਇੰਨਾ ਇੱਕ ਕਬੀਰ ਜੀ ਨੇ, ਵੈਸੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨਹੀਂ ਹੈਗੀ, ਵੱਖਰੀ ਬਾਣੀ ਉਹਨਾਂ ਦੀ, ਕਹਿੰਦਾ ਅੰਨਾ ਅੰਨਾ ਠੇਲੀਏ, ਇੱਕ ਅੰਨੇ ਨੂੰ ਦੂਜਾ ਅੰਨਾ ਰਸਤਾ ਦਿਖਾਉਂਦਾ ਹੈ। ਹੁਣ ਜਿਹੜਾ ਖੁਦ ਅੰਨਾ ਹੈ ਉਹਨੇ ਕਿਹੋ ਜਿਹਾ ਰਸਤਾ ਦਿਖਾਉਣਾ? ਉਹਨੇ ਫਿਰ ਕੀ ਕਰਨਾ ਕਿ ਕਰਮ ਕਾਂਡ 'ਚ ਬੰਦੇ ਨੂੰ ਪਾ ਕੇ ਰੱਖ ਦੇਣਾ। ਅੱਜ ਦੇਖੋ ਕਿੰਨੀ ਦੁਨੀਆ ਜਿਹੜੀ ਆ ਪੂਰਾਂ ਦੇ ਪੂਰ ਬਾਣੀ 'ਚ ਵਿਕਿਆ ਕਿ ਉਹ ਤਾਂ ਤੁਰੀ ਜਾ ਰਹੀ ਹੈ। ਜੇਕਰ ਕੋਈ ਸਮਝਾਉਣਾ ਵੀ ਚਾਹਵੇ ਨਾ, ਵੈਸੇ ਵੀ ਆਮ ਜਿਹੜਾ ਬੰਦਾ ਵੇਖੋ ਨਾ ਬੜੀਆਂ ਗੱਲਾਂ ਕਰਦੇ ਨੇ, ਬ੍ਰਹਮ ਗਿਆਨੀਆਂ ਦੇ ਪਿੱਛੇ ਲੜਦੇ ਨੇ ਵੀ ਸਾਡੇ ਬ੍ਰਹਮ ਗਿਆਨੀ ਨੂੰ ਤੁਸੀਂ ਆਹ ਕਹਿਤਾ ਉਹ ਕਹਿਤਾ। ਇਹ ਕੇਵਲ ਦਿਖਾਵਾ। ਅਸਲ 'ਚ ਬ੍ਰਹਮ ਗਿਆਨੀ ਕੀ ਕਹਿ ਕੇ ਗਏ ਇਹਨਾਂ ਨੂੰ ਕੁਛ ਨਹੀਂ ਵੀ ਪਤਾ। ਇਹ ਕੇਵਲ ਰੋਟੀਆਂ ਸੇਕਣ ਦਾ ਸਾਧਨ ਬਣਾਉਂਦੇ ਨੇ। ਥੋੜਾ ਜਿਹਾ ਰੌਲਾ ਪਾ ਦਈਏ, ਭੀੜ ਇਕੱਠੀ ਹੋ ਜਾਂਦੀ ਆ ਤੇ ਲੋਕਾਂ ਤੋਂ ਜੋ ਮਰਜ਼ੀ ਕਰਾ ਲਓ। ਮੁੜ ਅਸਲ 'ਚ ਅੱਜ ਦੀ ਡੇਟ 'ਚ ਜੇ ਗੁਰੂ ਨਾਨਕ ਪਾਤਸ਼ਾਹ ਆ ਜਾਂਦੇ ਨਾ ਤੇ ਨਿੱਜਰ ਸਾਹਿਬ ਉਹਨਾਂ ਦੀ ਗੱਲ ਤੇ ਕਿਸੇ ਨੇ ਸੁਣਨੀ ਥੋੜੀ ਆ। ਨਾ ਨਾ ਨਾ, ਬਿਲਕੁਲ ਨਹੀਂ। ਜਿਵੇਂ ਉਹਨਾਂ ਦਾ ਜੀਵਨ ਦੇਖੀਏ ਆਪਾਂ, ਉਹਨਾਂ ਦਾ ਬਿਲਕੁਲ ਇਸ ਤਰ੍ਹਾਂ ਹੀ ਆ। ਕੁਰਾਈਆ ਕਹਿੰਦੇ, ਕੋਈ ਕਹਿੰਦੇ ਆ, ਕੋਈ ਜਿਹੜੇ ਹੈਗੇ ਆ ਉਹਨਾਂ ਨੂੰ ਕਹਿੰਦੇ ਆ ਵੀ ਇਹ ਤਾਂ ਭਟਕਿਆ ਹੋਇਆ ਆ, ਰਾਹ ਤੋਂ ਪੱਥਰ ਮਾਰਦੇ ਆ। ਉਹ ਤੇ ਉਜੜੇ ਬਾਗ ਤੇ ਗੱਲ ਪਟਵਾਰੀ ਨਿੱਜਰ ਸਾਹਿਬ ਆਪਣੇ ਆਪ ਹੀ ਬਣ ਜਾਂਦੇ ਆ। ਹਾਂ, ਉਹ ਤੇ ਜਸਟ ਇੱਕ ਖਾਣ ਪੀਣ ਦਾ ਸਾਧਨ ਆ। ਹੁਣ ਵੇਖੋ ਸ਼ਹੀਦਾਂ ਨੂੰ ਉਦਾਂ ਕੋਈ ਯਾਦ ਨਾ ਕਰੇ ਜਿੱਦਣ ਉਹਨਾਂ ਦਾ ਸ਼ਹੀਦੀ ਦਿਵਸ ਹੁੰਦਾ ਵਾ, ਤੇ ਕਿੱਦਾਂ ਜਾ ਕੇ ਉਹਨਾਂ ਦੇ ਗਲਾਂ 'ਚ ਹਾਰ ਹੂਰ ਪਾਈ ਜਾਂਦੇ। ਉਹ ਕਿਤੇ ਪੁੱਛਿਆ ਕਿੱਛਿਆ ਕਿ ਉਹਨਾਂ ਦਾ ਪਰਿਵਾਰ ਕੌਣ ਸੀ, ਕੋਈ ਕਿੱਥੋਂ ਆਇਆ, ਕੌਣ ਕਿੱਥੋਂ ਗਿਆ, ਕਿਹੜੀ ਆਜ਼ਾਦੀ? ਉਹ ਕਹਿੰਦੀ ਇੱਥੇ ਅੱਤਵਾਦੀ ਹੈਗੇ। ਪਰ ਜਿੱਦਣ ਦਿਨ ਤਿਉਹਾਰ ਹੋਵੇ ਉਦੋਂ ਵੇਖ ਲਓ ਰੌਲਾ ਰੂਲਾ ਪਾ ਕੇ ਉਹਨਾਂ ਨੇ ਸ਼ੋਅ ਕਰ ਦੇਣਾ ਕਿ ਇਹ ਸ਼ਹੀਦ ਹੈਗਾ। ਇੱਥੋਂ ਤੱਕ ਸਾਧ ਸੰਗਤ ਜੀ ਆਪ ਦੇਖੋ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਇਹਨਾਂ ਦੇ ਨਾਂ ਨਾ RTI ਪਾਈ ਸੀ ਨਿੱਜਰ ਸਾਹਿਬ ਕਿਸੇ ਨੇ। ਹਾਂ, ਉਹ ਕਹਿੰਦੇ ਕਿ ਏਦਾਂ ਦਾ ਕੋਈ ਹੈ ਹੀ ਨਹੀਂ, ਡਾਟਾ ਹੀ ਨਹੀਂ ਹੈ ਸਾਡੇ ਕੋਲ। ਮਤਲਬ ਕਹਿਣ ਤੋਂ ਭਾਵ ਆ ਕਿ ਬੰਦਾ ਏਦਾਂ ਦਾ ਹੀ ਆ। ਕਿਉਂਕਿ ਅੱਜ ਉਹ ਕਹਿਣ ਦੇ ਨਾਲ ਕੀ ਹੁੰਦਾ ਵਾ ਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵਾ ਕਿ ਅਸੀਂ ਛੋਟੇ ਹੋ ਜਾ। ਇਸ ਕਰਕੇ ਦੇਖੋ ਸਰਕਾਰਾਂ ਵੀ ਏਦਾਂ ਹੀ ਕਰਦੀਆਂ ਨੇ ਕਿ ਅਸਲੀ ਚੀਜ਼ ਨੂੰ ਲੁਕਾ ਦਿੰਦੀਆਂ ਨੇ ਤੇ ਨਕਲੀ ਨੂੰ ਪ੍ਰਗਟ ਕਰਦੇ। ਆਪ ਜਸਟ ਸੋਚੋ ਸਾਧ ਸੰਗਤ ਜੀ, ਦੁਨੀਆ ਤੇ ਬਹੁਤ ਕੁਛ ਹੈ, ਲੋਕ ਏਦਾਂ ਹੀ ਕਰਦੇ ਆ, ਦੂਜੇ ਦਾ ਹੱਕ ਖਾ ਜਾਂਦੇ ਆ। ਇੱਥੇ ਨਾ ਏਅਰਪੋਰਟ ਦੇ ਅਜਨਾਲਾ ਰੋਡ ਤੇ ਨਿੱਜਰ ਸਾਹਿਬ, ਹਾਂਜੀ ਹਾਂਜੀ, ਉੱਥੇ ਨਾ ਇੱਕ ਏਅਰਪੋਰਟ ਬਣਿਆ ਅੰਮ੍ਰਿਤਸਰ ਦਾ, ਮੈਂ ਦੇਖਿਆ। ਉੱਥੇ 1600-1700 ਕਿੱਲੋ ਪੈਲੀ ਆ ਲੋਕਾਂ ਦੀ। ਤੇ ਇਹ ਬੜੀ ਭਲਿਆ ਸਮਾਂ ਦਾ ਟਾਈਮ ਸੀ। 2 ਸਾਲ ਪਹਿਲਾਂ 4-5 ਸਾਲ ਪਹਿਲਾਂ ਨਾ ਇੱਥੇ ਕੋਈ DC ਹੋਇਆ, ਪਤਾ ਨੀ ਪੰਨੂ ਹੀ ਕੋਈ, ਉਹ ਕਰ ਗਿਆ। ਉਹ ਪੈਲੀ ਉਹਨਾਂ ਦੇ ਨਾਂ ਤੇ ਬੋਲਦੀ ਸੀ ਨਿੱਜਰ ਸਾਹਿਬ ਸਾਰਿਆਂ ਦੀ। ਤੇ ਵੇਖ ਲਓ ਉਹਨਾਂ ਨੇ ਉਹ ਸਿੱਧੀ ਸਰਕਾਰ ਤੇ ਕਰਤੀ, ਕੋਈ ਰਜਿਸਟਰੀ ਨਹੀਂ ਕੀਤੀ। ਉਹ ਲੋਕੀ ਧੱਕੇ ਧੁੱਕੇ ਖਾਂਦੇ ਰਹੇ। ਉਹ ਆ ਵਾ ਦਿੱਤੇ ਵਾ ਪੈਸੇ। ਮੈਂ ਵੀ ਕੇਸ ਲਵਾਇਆ ਕਿਸੇ ਦੇ ਥਰੂ ਲੈ ਕੇ ਹਾਈ ਕੋਰਟ। ਉਹ ਕਹਿੰਦੇ ਪੈਸੇ ਦਿੱਤੇ, ਅਸੀਂ ਕਿਹਦੇ ਦਿੱਤੇ ਤੇ ਕਿਹਦੇ ਥਰੂ ਦਿੱਤੇ ਆ, ਕਿਉਂਕਿ ਗੌਰਮੈਂਟ ਦਾ ਪੈਸਾ ਤੇ ਬੈਂਕ 'ਚ ਆਉਂਦਾ ਨਿੱਜਰ ਸਾਹਿਬ। ਉਹ ਕਹਿੰਦੇ ਸਾਡੇ ਕੋਲ ਸਬੂਤ ਨਹੀਂ। ਤੇ ਵੇਖ ਲਓ ਸਰਕਾਰਾਂ ਵੀ ਬੇਈਮਾਨੀ ਕਰ ਜਾਂਦੀਆਂ। ਬੰਦਾ ਤੇ ਆਮ ਬੰਦਾ ਤੇ ਕਰ ਹੀ ਜਾਵੇ। ਇੱਥੋਂ ਤੱਕ ਸਾਧ ਸੰਗਤ ਜੀ ਦੇਖੋ, ਅੰਮ੍ਰਿਤਸਰ ਦੇ ਜਿਹੜਾ ਇੰਪਰੂਵਮੈਂਟ ਟਰਸਟ ਆ ਨਾ ਅੰਮ੍ਰਿਤਸਰ ਦਾ, ਕਈ ਲੋਕਾਂ ਦੀ ਕਿਸਾਨਾਂ ਦੀਆਂ ਪੈਲੀਆਂ ਇਹਨਾਂ ਅਕਵਾਇਰ ਕੀਤੀਆਂ। ਸਰਕਾਰ ਵੀ ਕਰ ਜਾਂਦੀ ਬੇਈਮਾਨੀ, ਕਾਰਪੋਰੇਸ਼ਨ। ਉਹਨਾਂ ਕਿੰਨੀ ਕਿੱਲੇ ਪੈਲੀ ਲਈ ਜੋ ਨਿਊ ਅੰਮ੍ਰਿਤਸਰ ਥੋੜੇ ਪੈਸੇ ਦਿੱਤੇ ਨਾ ਕਿਸਾਨਾਂ ਨੂੰ, ਜ਼ਬਰਦਸਤੀ ਅਕਵਾਇਰ ਕਰ ਲਈਆਂ। ਉਹ ਜਿਹੜੀ ਪੈਲੀ ਆ, ਜਿਹੜੀ ਇੱਕ ਏਕੜ ਨਾਲ 10-5 ਲੱਖ ਦੀ ਲਈ ਹੋਊਗੀ, ਅੱਜ ਇੱਕ ਛੋਟਾ ਜਿਹਾ ਪਲਾਟ ਹੈ ਜਿਹੜਾ 100 ਗਜ ਦਾ ਪਲਾਟ ਹੈ, 20-25 ਲੱਖ ਦਾ ਪਲਾਟ ਹੈ। ਕੋਈ ਬੰਦਾ ਦੇਖੋ ਏਦਾਂ ਦੀ ਸੋਚ ਆ। ਇਹ ਦੇਖੋ ਭਾਵੇਂ ਇਹ ਸਰਕਾਰੀ ਬੰਦੇ ਆ, ਬੇਈਮਾਨੀ ਕਰ ਰਹੇ ਨੇ, ਕੀ ਸੱਚੀ ਇਹ ਖੁਸ਼ ਰਹਿਣਗੇ? ਜਿਹੜੀ ਇਹਨਾਂ ਨੂੰ ਪਾਵਰ ਮਿਲੀ ਆ, ਮਿਸਯੂਜ਼ ਕਰਦਾ ਹੈ ਬੰਦਾ, ਏਦਾਂ ਹੀ ਕਰਦਾ ਹੈ ਬੰਦਾ। ਇਸੇ ਲਈ ਬਾਣੀ ਦੇ ਵਿੱਚ ਖਾਸ ਕਰਕੇ ਕਿਹਾ, ਮਾਇਆ ਧਾਰੀ ਅਤ ਅੰਨਾ ਬੋਲਾ।
ਕੋਈ ਉਹਨੂੰ ਰੋਲਾ ਘਚੋਲੀ 'ਚ ਕੋਈ ਸੁਣਦਾ ਨਹੀਂ ਹੈ। ਇਨਸਾਨ ਦੀ ਜਿਹੜੀ ਜ਼ਿੰਮੇਵਾਰੀ ਹੈ, ਦੇਖੋ ਆਪਾਂ ਕੋਈ ਵੀ ਕੰਮ ਕਰਦੇ ਹਾਂ, ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹੁੰਦਾ। ਜਿਹੜਾ ਤੁਹਾਡਾ ਕਰੈਕਟਰ ਹੈ ਨਾ, ਤੁਹਾਨੂੰ ਜੋ ਜੌਬ ਮਿਲੀ ਆ, ਮਾਂ ਦੀ ਮਿਲੀ ਆ, ਭੈਣ ਦੀ ਮਿਲੀ ਆ, ਭਰਾ ਦੀ ਮਿਲੀ ਆ, ਪਤਨੀ ਦੀ ਮਿਲੀ ਆ, ਪਤੀ ਦੀ ਮਿਲੀ ਆ, ਬੱਚੇ ਦੀ ਮਿਲੀ ਆ, ਭੈਣ ਦੀ ਮਿਲੀ ਆ, ਮਾਂ ਪਿਓ ਦੀ ਡਿਊਟੀ ਮਿਲੀ ਆ, ਆਪ ਨੂੰ ਉਹ ਡਿਊਟੀ ਚੰਗੀ ਤਰ੍ਹਾਂ ਨਿਭਾਉਣੀ ਪਵੇ। ਤੁਸੀਂ ਭੱਜ ਨਹੀਂ ਸਕਦੇ। ਕੋਈ ਵੀ ਨਹੀਂ ਵੇਂਦਾ, ਮੈਂ ਕਹਿੰਦਾ ਤੁਹਾਨੂੰ ਕੋਈ ਨਹੀਂ ਵੇਂਦਾ। ਆਮ ਦੇਖੋ ਦੁਨੀਆ ਤੇ ਇੰਨੇ ਲੋਕ ਹੈਗੇ, ਸਾਰੇ ਥੋੜੀ ਕਿਤੇ ਕਾਨੂੰਨ ਦੇ ਕੰਜੇ ਚ ਆਉਂਦੇ ਨੇ। ਉਦਾਂ ਹੀ ਲੋਕ ਵੱਡੇ ਬੰਦੇ ਨੇ ਤਾਂ ਮਜ਼ਾਕ ਬਣਾਇਆ ਕਾਨੂੰਨ, ਉਹ ਯੂਜ਼ ਕਰਦੇ ਇਹਨੂੰ। ਪਰ ਇਹਦਾ ਬਾਵਜੂਦ ਵੀ ਉਹ ਬੰਦੇ ਜਿਹੜੇ ਪ੍ਰਕਿਰਤੀ ਦੀ ਨਜ਼ਰ ਤੋਂ ਨਹੀਂ ਭੱਜ ਸਕਦੇ। ਪ੍ਰਕਿਰਤੀ ਨਜ਼ਰ ਰੱਖਦੀ ਹੈ। ਪ੍ਰਕਿਰਤੀ ਬੰਦੇ ਦਾ, ਜਦੋਂ ਬੰਦਾ ਆਪਾਂ ਕੋਈ ਕੰਮ ਕਰਦੇ ਆ ਨਾ, ਉਹਨੂੰ ਆਪਾਂ ਮਿਟਾ ਨਹੀਂ ਸਕਦੇ। ਤੁਸੀਂ ਜਸਟ ਇੱਕ ਛੋਟਾ ਜਿਹਾ ਕਾਪੀ ਤੇ ਲੀਕ ਮਾਰ ਕੇ ਵੇਖ ਲਓ, ਪੈਨਸਲ ਦੇ ਨਾਲ ਮਾਰ ਕੇ ਵੇਖ ਲਓ, ਰੱਬ ਕਰਕੇ ਵੇਖ ਲਿਓ, ਉਹ ਲੀਕ, ਉਹਦਾ ਨਿਸ਼ਾਨ ਰਹਿਣਗੇ ਨਿੱਜਰ ਸਾਹਿਬ। ਤੇ ਕਰਮਾਂ ਦੇ ਜਿਹੜੇ ਲੀਕਾਂ ਹੁੰਦੀਆਂ ਉਹ ਨਹੀਂ ਜੋ ਮਿਟਦੀਆਂ, ਉਹ ਤੁਹਾਡੇ ਚਿੱਤ ਦੇ ਵਿੱਚ ਉਕਰ ਜਾਂਦੀਆਂ। ਪਰ ਇਹਦਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦਾ ਮਤਲਬ ਇਹ ਨਹੀਂ ਕਿ ਲੋਕੀ ਗਲਤ ਕੰਮ ਕਰਦੇ ਆ ਤੇ ਆਪਾਂ ਉਹਨਾਂ ਦੇ ਪਿੱਛੇ ਲੱਗ ਕੇ ਤੇ ਆਪਾਂ ਵੀ ਉਹ ਜਿਹੇ ਕੰਮ ਸ਼ੁਰੂ ਕਰ। ਆਮ ਤੌਰ ਤੇ ਪਤਾ ਆਪਾਂ ਕੀ ਕਰਦੇ ਆ, ਇੱਕ ਆਪਾਂ ਛੋਟਾ ਜਿਹਾ ਆਪਣੇ ਆਪ ਨੂੰ ਐਕਸਕਿਊਜ਼ ਦਿੰਦੇ ਆ, ਯਾਰ ਉਹ ਵੀ ਤੇ ਕਰਨ ਦਿਆ, ਕੀ ਹੋ ਗਿਆ ਇਹਨੂੰ, ਆਪਾਂ ਕਹਿ ਦਿੰਦੇ। ਪਰ ਇਹਦਾ ਮਤਲਬ ਇਹ ਆ, ਜੇ ਇੱਕ ਬੰਦਾ ਡੁੱਬ ਕੇ ਮਰਨ ਡਿਆ ਵਾ ਤੇ ਸਾਨੂੰ ਵੀ ਡੁੱਬ ਕੇ ਮਰਨਾ ਕੀ ਜ਼ਰੂਰੀ ਹੈ? ਨਹੀਂ। ਸਾਨੂੰ ਰੱਬ ਨੇ ਬੁੱਧੀ ਦਿੱਤੀ, ਅਸੀਂ ਵਿਚਾਰ ਕਰੀਏ। ਜ਼ਿਆਦਾਤਰ ਦੁਨੀਆ ਜਿਹੜੀ ਹੈ ਇਸੇ ਕਰਕੇ ਡੁੱਬਦੀ ਪਈ ਆ। ਪਰ ਆਪਾਂ ਇਹ ਨਹੀਂ ਸੋਚਦੇ ਉਹ ਕੋਈ ਚੰਗਾ ਕੰਮ ਨਹੀਂ ਕਰਨ ਦਿਆ ਜਿਹਨੂੰ ਆਪਾਂ ਕਾਪੀ ਕਰ ਰਹੇ ਹਾਂ, ਉਹ ਤੇ ਡੁੱਬ ਰਿਹਾ। ਹੁਣ ਜਿਹੜਾ ਬੰਦਾ ਡੁੱਬ ਰਿਹਾ, ਅਸੀਂ ਉਹਦੇ ਮਗਰ ਚੱਲੀਏ ਕਿ ਜਾਂ ਜਿਹੜਾ ਬੰਦਾ ਤੈਰ ਰਿਹਾ ਅਸੀਂ ਉਹਦੇ ਮਗਰ ਜਾ? ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਅੱਗੇ ਜਿਹੜਾ ਹੈਗਾ ਦੂਸਰਾ 6ਵਾਂ ਸ਼ਬਦ ਆ ਗਿਆ, ਬਿਲਾਵਲ। ਕਬੀਰ ਜੀ ਬੇਨਤੀ ਕਰ ਰਹੇ ਮਾਲਕ ਪਰਮਾਤਮਾ ਦੇ ਅੱਗੇ, ਔਰ ਦੱਸ ਰਹੇ ਆ, ਬਿਲਕੁਲ ਓਪਨਲੀ ਕਹਿ ਰਹੇ ਆ। ਔਰ ਪਰਮਾਤਮਾ ਨੂੰ ਜਿਹੜਾ ਹੈਗਾ ਮਾਲਕ ਦੇ ਅੱਗੇ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣਾ ਜਿਹੜਾ ਨਾ ਅੰਦਰ ਦਾ ਬਿਲਕੁਲ ਓਪਨ ਮਾਲਕ ਪਰਮਾਤਮਾ ਦੇ ਅੱਗੇ ਸਾਰਾ ਕੁਝ ਕਲੀਅਰ ਕੱਟ ਦੱਸ ਰਹੇ ਆ। ਰਾਖ ਲਿਹੋ ਹਮ ਤੇ ਬਿਗਰੀ, ਕਹਿੰਦੇ ਮਾਲਕਾ ਮੈਂ ਜਿਹੜਾ ਹੈਗਾ ਗਲਤੀਆਂ ਮੈਂ ਵਿਗਾੜ ਦਿੱਤਾ ਕੰਮ, ਪਰ ਤੂੰ ਉਹਨੂੰ ਸੁਧਾਰ ਲਾ। ਹੁਣ ਮੇਰੇ ਤੋਂ ਤਾਂ ਵਿਗੜ ਗਈ ਹੈ ਮੇਰੇ ਕੋਲੋਂ। ਰਾਖ ਲਿਹੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇੜ ਪਗੜੀ ਰਹਾਓ। ਕਹਿੰਦੇ ਮੈਂ ਤਾਂ, ਮੇਰੇ ਅੰਦਰ ਨਿਮਰਤਾ ਵੀ ਨਹੀਂ ਸੀਗੀ, ਮੈਂ ਧਰਮ ਵੀ ਨਹੀਂ ਨਿਭਾਇਆ। ਜਿਹੜੇ ਕੰਮ ਵਾਸਤੇ ਤੂੰ ਮੈਨੂੰ ਭੇਜਿਆ ਮੈਂ ਉਹ ਕੰਮ ਵੀ ਨਹੀਂ ਕੀਤਾ, ਉਹ ਜਪ ਵੀ ਨਹੀਂ ਕੀਤਾ, ਭਗਤੀ ਵੀ ਨਹੀਂ ਕੀਤੀ। ਔਰ ਮੈਂ ਹੰਕਾਰ ਜਿਹੜਾ ਹੈਗਾ, ਹੰਕਾਰ ਦੇ ਵਿੱਚ ਹੀ ਜੀਵਨ ਗੁਜ਼ਾਰਿਆ। ਟੇੜ ਪਗੜੀ, ਮੈਂ ਜਿਹੜੀ ਹੈ ਪਗਡੰਡੀ ਜਿਹੜੀ ਹੈਗੀ, ਜਿਹੜਾ ਰਸਤਾ ਫੜਿਆ ਮੈਂ ਗਲਤ ਰਸਤਾ ਹੀ ਫੜਿਆ, ਗਲਤ ਰਸਤੇ 'ਤੇ ਹੀ ਤੁਰਦਾ ਰਿਹਾ। ਰਹਾਓ ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ। ਮੈਂ ਇਹ ਸਰੀਰ ਜਿਹੜਾ ਹੈਗਾ ਮੈਂ ਇਸੇ ਨੂੰ ਫੀਡ ਕਰਦਾ ਰਹਿ ਗਿਆ। ਮੈਂ ਸਮਝਦਾ ਸੀ ਮੈਂ ਇਸੇ ਤਰੀਕੇ ਦੇ ਨਾਲ ਰਹਿਣਾ, ਮੇਰਾ ਸਰੀਰ ਇਸ ਤਰ੍ਹਾਂ ਹੀ ਰਹਿਣਾ ਹੈ। ਇਹ ਮਿਥਿਆ ਕੱਚੀ ਗਾਗਰ ਜਿਹੜਾ ਹੈਗਾ, ਇਹਨੂੰ ਹੀ ਮੈਂ ਜਿਹੜਾ ਹੈਗਾ ਸਵਾਰਦਾ ਰਹਿ ਗਿਆ। ਜਿਨ੍ਹਾਂ ਨਿਵਾਜ ਸਾਜ ਹਮ ਕੀਏ, ਤਿਸੈ ਵਿਸਾਰ ਅਵਰ ਲਗਰੀ। ਕਹਿੰਦੇ ਜਿਸ ਮਾਲਕ ਪਰਮਾਤਮਾ ਨੇ ਤੂੰ ਸਾਨੂੰ ਸਾਜ ਕੇ ਨਵਾਜਿਆ ਹੈਗਾ, ਮਿਹਰ ਕੀਤੀ ਹੈ ਸਾਡੇ ਉੱਤੇ, ਸਾਨੂੰ ਜਿਹੜਾ ਹੈਗਾ ਇੰਨਾ ਸੋਹਣਾ ਸਰੀਰ ਦਿੱਤਾ ਆ, ਉਸ ਨੂੰ ਵਿਸਾਰ ਕੇ ਤੇ ਹੋਰ ਮਾਇਆ ਦੇ ਪਿੱਛੇ ਲੱਗ ਗਏ। ਆਹ ਜਿਹੜੀ ਹੈਗੀ ਆ ਇਹ ਵੀ ਗਲਤੀ ਕੀਤੀ ਆ। ਸੰਦਕ ਤੋਹੇ ਸਾਧ ਨਹੀਂ ਕਹੀਓ, ਕਹਿੰਦੇ ਮਾਲਕਾ ਮੈਂ ਤੇਰਾ ਸਾਧੂ ਥੋੜੀ ਨਾ, ਤੇਰੀ ਸਾਧਨਾ ਕਰਨ ਵਾਲਾ ਥੋੜੀ ਨਾ ਹੈਗਾ। ਮੈਂ ਤਾਂ ਤੇਰੇ ਸੰਨ ਮਾਰਨ ਵਾਲਾ ਆ, ਮੈਂ ਤਾਂ ਤੇਰਾ ਚੋਰ ਹੈਗਾ ਆ, ਸੰਦਕ ਹੈਗਾ ਆ। ਸੰਦਕ ਤੋਹੇ ਸਾਧ ਨਹੀਂ ਕਹੀਓ, ਮੈਨੂੰ ਸਾਧ ਨਹੀਂ ਕਹਿ ਸਕਦੇ, ਮੈਂ ਤਾਂ ਸੰਨ ਮਾਰਨ ਵਾਲਾ ਆ, ਚੋਰ ਹੈਗਾ ਆ। ਸਰਨ ਪਰੇ ਤੁਮਰੀ ਪਗਰੀ, ਮਾਲਕਾ ਮੈਂ ਤਾਂ ਤੇਰੀ ਸ਼ਰਨ ਦੇ ਵਿੱਚ, ਮੈਂ ਤੇਰੇ ਪੈਰ ਫੜੇ ਆ, ਪਗਰੀ ਤੇਰੇ ਪੈਰ ਫੜ ਲਏ ਮੈਂ।
ਕੀ ਪ੍ਰੋਬਲਮ ਹੈਗੀ ਆ? ਕਹਿ ਕਬੀਰ ਇਹ ਬਿਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ। ਮਾਲਕਾ ਮੇਰੀ ਬੇਨਤੀ ਹੈਗੀ ਆ, ਮੇਰੀ ਬੇਨਤੀ ਸੁਣ ਲਾ। ਹੁਣ ਵੀ ਜਿਹੜਾ ਹੈਗਾ ਮੇਰੇ ਸਵਾਸ ਹੈਗੇ ਆ, ਮੈਨੂੰ ਜਮ ਦੇ ਰਸਤੇ ਤੇ ਜਮ ਦੀ ਖਬਰ ਨਾ ਕਰਨੀ ਬਈ ਮੈਨੂੰ ਜਿਹੜਾ ਹੈਗਾ ਉਹ ਧਰਮਰਾਜ ਨੇ ਬੁਲਾਇਆ ਹੈਗਾ, ਮੇਰਾ ਹਿਸਾਬ ਕਿਤਾਬ ਕਰਨਾ ਹੈ ਉਹਨੇ। ਇਹ ਖਬਰ ਨਹੀਂ ਮੈਨੂੰ ਆਉਣੀ ਚਾਹੀਦੀ। ਆ ਮੇਰੀ ਪ੍ਰੋਬਲਮ ਹੈਗੀ ਆ। ਹਾਂਜੀ ਵੀਰ ਜੀ। ਰਾਖ ਲਿਓ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇढ़ ਪਗਰੀ ਰਹਾਓ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਰਾਖ ਲਿਓ ਹਮ ਤੇ ਬਿਗੜੀ। ਹਾਂ, ਮਤਲਬ ਕਿ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਮੇਰੀ ਮੈਂ ਇੱਜ਼ਤ ਰੱਖੋ। ਚੰਗਾ ਤਾਂ ਨਹੀਂ ਕੀਤਾ, ਮੰਦਾ ਹੀ ਕੀਤਾ ਹੈ। ਮੈਂ ਵਿਗਾੜਿਆ ਹੈ ਕੰਮ, ਗਲਤ ਕੰਮ ਕੀਤਾ ਹੈ। ਹਾਂ ਫਿਰ ਕਹਿੰਦੇ ਸੀਲ ਧਰਮ ਜਪ ਭਗਤੀ ਨਾ ਕੀਨੀ, ਹਾਂ ਅਭਿਮਾਨ ਟੇढ़ ਪਗਰੀ। ਹਾਂ ਟੇढ़ ਪਗਰੀ ਮਤਲਬ ਮੈਂ ਟੇਢਾ ਰਸਤਾ ਫੜਿਆ, ਗਲਤ ਰਸਤਾ ਫੜਿਆ ਔਰ ਆਹ ਕੰਮ ਕੀਤਾ ਹੀ ਨਹੀਂ। ਨਾ ਮੈਂ ਮੇਰੇ ਅੰਦਰ ਨਿਮਰਤਾ ਹੈਗੀ, ਸੀਲ ਹੈਗਾ, ਨਾ ਮੇਰੇ ਅੰਦਰ ਧਰਮ ਨਾਮ ਦੀ ਚੀਜ਼ ਹੈਗੀ ਭਗਤੀ, ਨਾ ਮੇਰੇ ਅੰਦਰ ਜਪ ਕੀਤਾ ਮੈਂ ਕੋਈ, ਨਾ ਕੋਈ ਭਗਤੀ ਕੀਤੀ ਆ। ਬਸ ਮੈਂ ਟੇਢਾ ਰਸਤਾ ਫੜਿਆ, ਮਾਇਆ ਵਾਲਾ ਰਸਤਾ ਫੜਿਆ ਰਹਾਓ। ਹੁਣ ਦੇਖ ਲਓ ਸਾਧ ਸੰਗਤ ਜੀ, ਉਹਨਾਂ ਇਹ ਨਹੀਂ ਕਿਹਾ ਕਿ ਇੰਨੇ ਪਾਠ ਨਹੀਂ ਮੈਂ ਪੜ੍ਹੇ। ਉਹ ਕਹਿੰਦੇ ਆ ਕਿ ਸੀਲ, ਪਹਿਲੀ ਗੱਲ ਤੇ ਮੇਰਾ ਚੰਗਾ ਸੁਭਾਅ ਹੀ ਨਹੀਂ ਆ। ਹਾਂ ਆਪਾਂ ਕਹਿ ਨਹੀਂ ਦਿੰਦੇ ਪਿੰਡ 'ਚ ਆ ਯਾਰ ਗਾਂ ਬੜੀ ਸੀਲ ਆ, ਬਿਲਕੁਲ ਤੂੰ ਸੀਲ ਆ। ਉਹ ਨਿੱਕੇ ਨਿੱਕੇ ਬੱਚੇ ਵੀ ਦੁੱਧ ਚੋਲੀਂਦੇ ਆ, ਉਹ ਕਹਿੰਦੀ ਕੁਝ ਨਹੀਂ। ਬਿਲਕੁਲ ਕਈ ਹੁੰਦੀਆਂ ਏਦਾਂ ਦੀਆਂ ਸ਼ੂਕਰਾਂ ਦੀਆਂ ਤੇ ਲੱਤਾਂ ਮਾਰਦੀਆਂ ਬੰਦੇ ਨੂੰ, ਤੇ ਚੰਗਾ ਭਲਾ ਦੁੱਧ ਚੋਂਦੇ ਨੂੰ ਭਜਾ ਦਿੰਦੀਆਂ। ਉਹ ਕਹਿੰਦੇ ਗੰਦਾ ਆਹ ਜਾਨਵਰ ਬਹੁਤ ਸੀਲ ਆ, ਬਹੁਤ ਵਧੀਆ। ਤੇ ਕਈ ਵਾਰ ਆਪਾਂ ਕਹਿੰਦੇ ਆ ਇਹ ਗੁਣ ਆ, ਤੇ ਉਹ ਕਹਿੰਦੇ ਸੀ ਚੰਗਾ ਸੁਭਾਅ ਨਹੀਂ ਆ। ਇਹ ਨਹੀਂ ਕਿ ਕਿਸੇ ਨੇ ਕੁਝ ਕਹਿ ਤਾ ਉਹਦੀ ਗੱਲ ਸੁਣ ਲਈ, ਹਜਮ ਕਰ ਲਈ, ਉਹਦਾ ਫੇਫੜਾ ਏਡਾ ਕਮਜ਼ੋਰ ਆ, ਮਾੜਾ ਜਿਹਾ ਕਿਸੇ ਨੇ ਸੋਚਣਾ ਪਏ ਨਾਲ ਹੀ ਪੱਖੇ ਨੂੰ ਘੁੰਮਣਾ ਸ਼ੁਰੂ ਕਰ ਦਿੰਦਾ। ਉਹ ਸੀਲ ਬੰਦਾ ਨਹੀਂ ਜੋ ਹੈਗਾ। ਨਿੱਜਾ ਸਾਹਿਬ ਬਿਲਕੁਲ ਸਹੀ ਹੈ। ਸੀਲ ਦਾ ਮਤਲਬ ਇਹ ਹੈ ਕਿ ਉਹਦਾ ਫੇਫੜਾ ਹੈਗਾ ਜੀ ਥੋੜਾ ਹਜਮ ਕਰਨ ਦੇ ਲਾਇਕ ਹੈ, ਬੰਦਾ ਥੋੜਾ ਬਹੁਤਾ ਖਾ ਲੈਂਦਾ ਤੇ ਪਚਾ ਵੀ ਲੈਂਦਾ ਜੀ। ਤੇ ਇਹ ਕਿ ਜੇ ਧਰਮ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਧਰਮ ਦਾ ਮਤਲਬ ਇਹੋ ਹੀ ਆ ਕਿ ਸਹੀ ਗਲਤ ਦਾ ਤਿਆਗ ਕਰਨਾ, ਸਹੀ ਨੂੰ ਲਿਆਉਣਾ, ਇਹੋ ਹੀ ਧਰਮ ਹੈ। ਤੇ ਜਪ ਤੇ ਭਗਤੀ। ਤੇ ਹੁਣ ਵੇਖ ਲਓ ਜਪ, ਉਹ ਕਹਿੰਦੇ ਜਪ ਵੀ ਨਹੀਂ ਕੀਤਾ, ਭਗਤੀ ਵੀ ਨਹੀਂ ਕੀਤੀ। ਜਪ ਭਗਤੀ ਜਪ ਤਪ ਸੰਜਮ ਨਹੀਂ ਕਮਾਇਆ, ਉਹ ਕਹਿੰਦੇ ਆ। ਬਿਲਕੁਲ ਹਾਂ ਤੇ ਉਹ ਵੀ ਨਹੀਂ ਕਮਾਇਆ। ਉਹ ਕਹਿੰਦੇ ਐ ਨਹੀਂ ਚੀਜ਼ਾਂ ਹੈਗੀਆਂ। ਤੀਲ ਵੀ ਨਹੀਂ ਹੈਗਾ, ਮੈਂ ਸਿੱਧਾ ਸੁਭਾਅ, ਧਰਮ ਵੀ ਨਹੀਂ ਹੈਗਾ ਮੇਰੇ ਜੀਵਨ ਚ, ਜਪ ਨਹੀਂ ਮੈਂ ਕੀਤਾ, ਭਗਤੀ ਵੀ ਨਹੀਂ ਕੀਤੀ। ਕਹਿੰਦਾ ਮੈਂ ਹਉ ਅਭਿਮਾਨ ਟੇਢ ਪਗੜੀ, ਕਿ ਮੈਂ ਜਿਹੜਾ ਉਲਟੇ ਰਾਹਾਂ ਤੇ ਜ਼ਿਆਦਾ ਚੱਲਿਆ। ਮਤਲਬ ਉਹ ਕੰਮ ਕੀਤੇ ਨੇ ਜਿਹੜੇ ਨਹੀਂ ਕਰਨੇ ਚਾਹੀਦੇ। ਗੱਡੀ ਮੇਰੇ ਹਿਸਾਬ ਨਾਲ ਸਾਡੀ ਅਵਸਥਾ ਵੀ ਏਦਾਂ ਦੀ ਹੈ। ਗੱਡੀ ਜਿਹੜੀ ਹੈ ਟੋਇਆਂ ਚ ਕਮਾਈ ਆ। ਹਾਂ ਰੋਂਗ ਸਾਈਡ ਤੇ ਜਾ ਕੇ ਉਹ ਐਕਸੈਪਟ ਕਰ ਰਹੇ ਨੇ, ਕਨਫੈਸ ਕਰ ਰਹੇ ਨੇ ਪਰਮਾਤਮਾ ਦੇ ਗਾੜੀ ਕਿ ਮੈਂ ਕੋਈ ਏਦਾਂ ਨਹੀਂ ਆ, ਮੈਂ ਕਲੇਮ ਨਹੀਂ ਕਰਦਾ। ਮਤਲਬ ਆਹ ਚੀਜ਼ਾਂ ਦੀ ਗੱਲ ਕਰ ਰਹੇ ਨੇ। ਹਾਂਜੀ ਅਗਲੀ ਤੁਕ ਬੋਲੋ ਨਿੱਜਾ ਸਾਹਿਬ। ਰਹੋ ਅਮਰ ਜਾਨ ਸੰਚੀ ਇੱਕ ਆਇਆ। ਕਿਉਂ ਕੀਤਾ? ਕਿਉਂਕਿ ਮੈਂ ਜਿਹੜਾ ਸਮਝਿਆ ਮੈਂ ਤਾਂ ਸਰੀਰ ਹੀ ਹੈਗਾ। ਬਸ ਆਹ ਇੰਨਾ ਸੋਹਣਾ ਸਰੀਰ, ਇੰਨੀ ਤਾਕਤ ਹੈ ਮੇਰੇ ਅੰਦਰ, ਰਸ ਭੋਗ ਰਿਹਾ ਮੈਂ, ਦੁਨੀਆ ਦੇ ਪਦਾਰਥ ਮਾਣ ਰਿਹਾ। ਇਹ ਅਮਰ ਸਮਝ ਕੇ ਮੈਂ ਵੀ ਹਮੇਸ਼ਾ ਹੀ ਰਹੂਗਾ ਇਹ ਸਰੀਰ ਇਸ ਤਰ੍ਹਾਂ। ਤਾਂ ਮੈਂ ਇਹ ਕਰਦਾ ਰਹਿ ਗਿਆ, ਤਾਂ ਇਹਨੂੰ ਸਿੰਚਨ ਕਰਦਾ ਰਹਿ ਗਿਆ, ਕਾਇਆ ਨੂੰ ਹੀ, ਸਰੀਰ ਨੂੰ ਹੀ, ਇਹਨਾਂ ਨੂੰ ਪੈਚਿਸ ਲਾਉਂਦਾ ਰਹਿ ਗਿਆ, ਇਹਨੂੰ ਹੀ ਸਵਾਰਦਾ ਰਹਿ ਗਿਆ। ਇਹ ਮਿੱਥਿਆ ਕਾਚੀ ਗਗਰੀ, ਇਹ ਤਾਂ ਮਿੱਥਿਆ ਸੀਗੀ, ਕੱਚੀ ਗਾਗਰ ਸੀਗੀ। ਹੁਣ ਜਿਹੜਾ ਹੈਗਾ ਇੱਕਦਮ ਹੀ ਜਿਹੜਾ ਹੈਗਾ ਇੱਕਦਮ ਢਹਿਣ ਲੱਗ ਪਈ ਹੈ। ਇਹ ਜਿਨੇ ਨਿਵਾਜ ਸਾਜ ਹਮ ਕੀ ਹੈ, ਤਿਸੇ ਵਿਸਾਰ ਅਵਰ ਲਗਰੀ। ਕਹਿੰਦੇ ਜਿਸ ਮਾਲਕ ਪਰਮਾਤਮਾ ਨੇ ਸਾਨੂੰ ਨਵਾਜਿਆ, ਆਹ ਸਰੀਰ ਦਿੱਤਾ, ਇੰਨਾ ਸੋਹਣਾ ਸਰੀਰ ਦਿੱਤਾ ਤੇ ਮੈਨੂੰ ਚਾਂਸ ਦਿੱਤਾ, ਕਹਿੰਦੇ ਉਸੇ ਨੂੰ ਭੁਲਾ ਕੇ ਜਿਹੜਾ ਹੈਗਾ ਉਹਦੀ ਮਾਇਆ ਦੇ ਵਿੱਚ ਮੈਂ ਲੱਗ ਗਿਆ। ਹਾਂਜੀ ਵਿੱਚ ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਮੈਂ ਜਿਹੜਾ ਸਹੀ ਨੂੰ ਗਲਤ ਸਮਝ ਲਿਆ ਤੇ ਗਲਤ ਨੂੰ ਸਹੀ ਸਮਝ ਲਿਆ। ਜਿੱਦਾਂ ਆਪਾਂ ਸਮਝਦੇ ਹਾਂ ਮਿਥਿਆ ਜਿਹੜਾ ਹੈਗਾ ਸੀ, ਜਿਹੜਾ ਅਸਲੀ ਨਹੀਂ ਹੈ, ਮਾਇਆ ਦੇ ਰੂਪ ਨੂੰ ਸੱਚ ਸਮਝ ਲਿਆ। ਔਰ ਏਦਾਂ ਹੀ ਇਨਸਾਨ ਕਰਦਾ ਹੈ। ਇਨਸਾਨ ਕਿੱਥੇ ਸੱਚ ਨੂੰ ਲੱਭਦਾ ਹੈ? ਧਾਰਮਿਕ ਸਥਾਨਾਂ ਤੇ ਜਾ ਕੇ ਕੋਈ ਸੱਚ ਦੀ ਗੱਲ ਥੋੜੀ ਹੁੰਦੀ ਹੈ। ਉਹ ਤੇ ਕੇਵਲ ਜਸਟ ਆਪਣੀਆਂ ਡਿਮਾਂਡਾਂ ਹੁੰਦੀਆਂ ਨੇ ਬੰਦੇ ਦੀਆਂ,
ਬੰਦਾ ਸੋਚਦਾ ਕਿ ਉੱਥੇ ਜਾ ਕੇ ਮੰਗ ਲੈਣਾ, ਹੋ ਸਕਦਾ ਰੱਬ ਘਰੇ ਨਹੀਂ ਸੁਣਦਾ, ਉੱਥੇ ਜ਼ਿਆਦਾ ਸੁਣੋ। ਇਸ ਕਰਕੇ ਅਕਸਰ ਜਿਹੜੇ ਆਮ ਧਾਰਮਿਕ ਸਥਾਨਾਂ ਤੇ ਲੋਕ ਹੁੰਦੇ ਨੇ, ਇਹ ਤਾਮਸਿਕ ਲੋਕ ਹੁੰਦੇ ਨੇ, ਇਹਨਾਂ ਦੀਆਂ ਮੰਗਾਂ ਬਹੁਤ ਹੁੰਦੀਆਂ। ਰੱਬ ਜ਼ਿੰਦਗੀ 'ਚ ਆਵੇ ਇਹਦੇ ਬਾਰੇ ਕੋਈ ਪਲਾਨ ਨਹੀਂ ਹੁੰਦਾ, ਪਰ ਇਹ ਹੈ ਕਿ ਬਾਹਰੋਂ ਇਹ ਬਹੁਤ ਧਾਰਮਿਕ ਸ਼ੋਅ ਕਰਦੇ ਨੇ ਔਰ ਸੰਸਾਰ ਇਹਨਾਂ ਤੋਂ ਪ੍ਰਭਾਵਿਤ ਵੀ ਹੋ ਜਾਂਦਾ। ਤੁਸੀਂ ਦੇਖੋਗੇ ਨਾ, ਜ਼ਿਆਦਾਤਰ ਇਹ ਲੋਕ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ। ਹਾਂਜੀ ਮੇਜਰ ਸਾਹਿਬ, ਅਗਲੀ ਕਰੀਏ। अमर जान संचिए कायम ए मिथ्या काची गगरी, जिन्हें निवाज साज हम किए तिसे विसार अवर लगरी। उस मालक ਨੂੰ ਵਿਸਾਰਤਾ ਤੇ ਮਾਇਆ ਦੇ ਨਾਲ ਲੱਗ ਗਿਆ। ਮੈਂ ਸਾਰੀ ਉਮਰ ਇਸ ਤਰ੍ਹਾਂ ਰਿਹਾ ਆ। ਸੰਦਕ ਤੋਹੇ ਸਾਧ ਨਹੀਂ ਕਹੀਓ, ਮੈਂ ਤਾਂ ਮਾਲਕਾ, ਮੈਂ ਸਾਧੂ ਥੋੜੀ ਨਾ, ਮੇਰਾ ਤੇ ਸ਼ਕਲ ਹੀ ਆ ਸਾਧੂ ਵਰਗੀ, ਮੇਰੇ ਕੱਪੜੇ ਜ਼ਰੂਰ ਸਾਧੂ ਵਰਗੇ ਹੈਗੇ, ਪਰ ਮੈਂ ਤਾਂ ਤੇਰਾ ਜਿਹੜਾ ਹੈਗਾ ਚੋਰ ਹੈਗਾ, ਸੰਦਕ ਹੈਗਾ, ਸੰਨ ਲਾਉਣ ਵਾਲਾ ਹੈਗਾ। ਮੈਂ ਤਾਂ ਸੰਨ ਲਾਈ ਹੈ, ਸਿਰਫ ਸੰਨ ਲਾ ਕੇ ਤੇਰੇ ਪਦਾਰਥ ਜਿਹੜੇ ਹੈਗੇ ਸਾਰੇ ਦੇ ਸਾਰੇ ਮੈਂ ਛਕ ਲਏ ਆ, ਡਕਾਰ ਲਏ ਆ, ਔਰ ਕੰਮ ਕੋਈ ਮੈਂ ਕੀਤਾ ਨਹੀਂ ਹੈ। ਭਗਤੀ ਨਾਮ ਦੀ ਚੀਜ਼ ਕੁਛ ਨਹੀਂ ਕੀਤੀ ਮੈਂ ਦੁਨੀਆ ਦੇ ਵਿੱਚ। ਕਾਹਦੇ ਵਾਸਤੇ ਭੇਜਿਆ ਸੀ, ਉਹ ਕੰਮ ਮੈਂ ਨਹੀਂ ਕੀਤਾ ਤੇਰਾ। ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਫਿਰ ਵੀ ਮਾਲਕਾ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ, ਮੈਂ ਐਕਸੈਪਟ ਕਰਦਾ ਸਾਰੀ ਚੀਜ਼, ਪਰ ਫਿਰ ਵੀ ਜਿਹੜਾ ਹੈਗਾ ਮੈਂ ਤੇਰੇ ਤੋਂ ਭੀਖ ਮੰਗ ਰਿਹਾ ਹਾਂ। ਤੇਰੇ ਚਰਨਾਂ 'ਚ ਡਿੱਗ ਕੇ ਫਿਰ ਵੀ ਮੈਂ ਤੇਰੇ ਤੋਂ ਭੀਖ ਮੰਗ ਰਿਹਾ ਹਾਂ। ਕੀ ਕਹਿ ਕਬੀਰ, ਇਹ ਬੇਨਤੀ ਸੁਣਿਓ, ਮੇਰੀ ਇੱਕ ਬੇਨਤੀ ਸੁਣ ਲਾ ਮਾਲਕਾ, ਮਤ ਘਾਲੋ ਮੈਨੂੰ, ਮੇਰੇ ਵੱਲ ਨਾ ਭੇਜ ਜਮ ਕੀ ਖਬਰੀ, ਜਮ ਦੀ ਖਬਰ, ਜਮਦੂਤ ਨਾ ਭੇਜ ਮੇਰੇ ਵੱਲ ਮਾਲਕਾ, ਜਮਦੂਤ ਨਾ ਭੇਜ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹਦੇ ਜਿੰਨੇ ਸਾਜਿਆ ਵਾ, ਜਿਹਨੇ ਨਵਾਜਿਆ ਵਾ, ਮੈਂ ਉਹਨੂੰ ਛੱਡ ਕੇ ਤੇ ਮੈਂ ਦੂਜੇ ਦੇ ਨਾਲ ਤੁਰਿਆ ਫਿਰਦਾ ਰਿਹਾ। ਜੰਤ ਪਾਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਮੈਂ ਆਪਣਾ ਜੀਵਨ ਬਤੀਤ ਕੀਤਾ। ਸੰਦਕ ਤੋਂ ਇਹ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ। ਹੁਣ ਕਹਿੰਦੇ ਆ ਕਿ ਮੈਂ ਕੋਈ ਕਹਿੰਦੇ ਚੰਗਾ ਇਨਸਾਨ ਨਹੀਂ ਹੈਗਾ, ਇਹੀ ਹੈ ਨਾ। ਹਾਂ, ਸੰਦਕ ਹੈ ਮੈਂ, ਤੇ ਸਾਧ ਥੋੜੀ ਨਾ, ਮੇਰੀ ਸ਼ਕਲ ਜ਼ਰੂਰ ਸਾਧਾਂ ਵਰਗੀ ਹੈਗੀ ਆ, ਪਰ ਮੈਂ ਹੈਗਾ ਸੰਦਕ, ਚੋਰ ਹੈਗਾ ਮੈਂ ਅਸਲੀ ਚੋਰ ਹੈਗਾ ਅੰਦਰੋਂ। ਹਾਂ, ਮੈਂ ਤੇਰੀ ਸ਼ਰਨ ਚਾਹੁੰਦਾ। ਉਹ ਕਹਿ ਰਹੇ ਨੇ ਕਿ ਮੈਂ ਅੰਦਰੋਂ ਕੋਈ ਏਡਾ ਸ਼ੁੱਧ ਚਿੱਤ ਵਾਲਾ ਨਹੀਂ ਆ ਮੇਰੇ ਪਿਤਾ, ਮੈਂ ਫਿਰ ਵੀ ਤੇਰੇ ਚਰਨਾਂ 'ਚ ਆ ਰਿਹਾ। ਠੀਕ ਹੈ ਜੀ। ਕਹਿ ਕਬੀਰ ਇਹ ਬੇਨਤੀ ਸੁਨੀਅਤ, ਮਤ ਘਾਲੋ ਜਮ ਕੀ ਖਬਰੀ। ਪਰ ਇਹ ਕਹਿੰਦੇ ਕਿ ਮੇਰੀ ਇੱਕ ਅਰਦਾਸ ਹੈਗੀ ਹੈ, ਮੇਰੀ ਬੇਨਤੀ ਹੈ, ਬੇਸ਼ੱਕ ਮੇਰੇ ਇੰਨੇ ਸਾਰੇ ਔਗਣ ਨੇ, ਮੈਂ ਤੇਰੇ ਚਰਨਾਂ 'ਚ ਆਇਆ ਵਾਂ ਤੇ ਮੇਰੇ ਪਿਤਾ ਮੈਨੂੰ ਇਸ ਚੀਜ਼ ਤੋਂ ਮੁਕਤ ਕਰ। ਮੈਂ ਜਮਾਂ ਦੀ ਮਾਰ ਨਹੀਂ ਖਾਣਾ ਚਾਹੁੰਦਾ। ਮੈਂ ਚਾਹੁੰਦਾ ਵਾ ਕਿ ਇਹ ਜਿਹੜਾ ਮੇਰਾ ਜੀਵਨ ਹੈ, ਮੇਰਾ ਆਖਰੀ ਜੀਵਨ ਹੋਵੇ। ਮੈਂ ਦੁਬਾਰਾ ਉਹ ਘੁਮਿਆਰ ਦੇ ਚੱਕੇ ਵਾਂਗੂ ਘੁੰਮ ਕੇ ਉੱਥੇ ਨਹੀਂ ਆਉਣਾ ਚਾਹੁੰਦਾ। ਮੈਂ ਉਹਦੀ ਪਿੰਡ ਵਾਲਾ ਕੰਮ ਨਹੀਂ ਕਰਨਾ ਚਾਹੁੰਦਾ। ਮੈਂ ਚਾਹੁੰਦਾ ਕਿ ਇਹ ਜਿਹੜਾ ਸਿਸਟਮ ਇਹਨੂੰ ਸਟਾਪ ਕਰ ਦਿੱਤਾ ਜਾਵੇ। ਹਾਂਜੀ ਨੇ ਹਾਂ, ਇਹ ਕਬੀਰ ਜੀ ਦਾ ਮਕਸਦ ਇਹੀ ਹੈ। ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਮੈਨੂੰ ਹੁਣ ਜਿਹੜਾ ਹੈਗਾ, ਮੈਨੂੰ ਹੁਣ ਮੇਰੇ ਕੋਲ ਮੇਰੀ ਮਦਦ ਕਰ ਵੀ ਮੈਂ ਤੇਰੀ ਭਗਤੀ ਕਰ ਸਕਾਂ। ਹੁਣ ਜਿਹੜਾ ਹੈਗਾ ਮੈਨੂੰ ਘੱਟ ਤੋਂ ਘੱਟ ਜਿਹੜਾ ਹੈਗਾ, ਮੈਂ ਸਾਰਾ ਕੁਝ ਕਨਫੈਸ ਕਰ ਰਿਹਾ ਹਾਂ ਆਪਣਾ, ਪਰ ਹੁਣ ਗਾਹਾਂ ਦੇ ਰਸਤੇ ਅੱਗੇ ਮੈਂ ਨਾ ਜਿਹੜਾ ਸਹੀ ਰਸਤੇ 'ਤੇ ਤੁਰਾਂ, ਇੰਨੀ ਕੁ ਮੇਰੇ ਉੱਤੇ ਕਿਰਪਾ ਕਰ ਦਿਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਨਿੱਜੀ ਸਾਹਿਬ ਅਗਲੀ ਤੋਂ ਬੋਲੀ ਕਿ ਹੋ ਗਈ ਬਾਣੀ ਪੂਰੀ ਆਈ ਦੀ। ਹਾਂਜੀ, ਅੱਜ ਦਾ ਹੋ ਗਿਆ ਜੀ, ਇਹ ਸ਼ਬਦ ਤਾਂ ਹੋ ਗਿਆ। ਜੇ ਹੋਰ ਕੋਈ ਲੈਣਾ ਤੇ ਦੇਖ ਲਓ, ਇੱਕ ਹੋਰ ਲੈ ਲੈਣੇ। ਠੀਕ ਹੈ, ਛੋਟਾ ਜਿਹਾ ਹੈਗਾ ਟਾਈਮ। ਹਾਂਜੀ ਲੈ ਲਓ। ਹਾਂ, ਹੁਣ ਇਸ ਤੋਂ ਅੱਗੇ ਸਟੈਪ ਅਪ ਹੋ ਗਏ, ਭਗਤੀ ਸ਼ੁਰੂ ਹੋ ਗਈ। ਬਿਲਾਵਲ ਦਰ ਮੰਨਦੇ ਠਾਡੇ ਦਰਬਾਰ, ਦਰ ਮੰਨਦੇ ਇਹ ਜਿਹੜਾ ਹੈਗਾ ਉਰਦੂ ਦਾ ਲਫ਼ਜ਼ ਹੈਗਾ, ਪਰਸ਼ੀਅਨ। ਦਰ ਮੰਨਦੇ ਮਤਲਬ ਜਿਹੜਾ ਦਰ ਦੇ ਉੱਤੇ ਜਿਹੜਾ ਹੈਗਾ ਭਿਖਾਰੀ ਕਹਿੰਦੇ ਆ, ਕਹਿੰਦੇ ਜਿਹੜਾ ਅਗਲੇ ਦੇ ਦਰ 'ਤੇ ਆ ਜਾਏ, ਮੰਗਤਾ। ਦਰ ਮੰਨਦੇ ਦਾ ਮਤਲਬ ਮੰਗਤਾ। ਦਰ ਮੰਨਦੇ ਠਾੜੇ ਦਰਬਾਰ, ਕਹਿੰਦੇ ਮਾਲਕ ਪਰਮਾਤਮਾ ਦੇ ਦਰ ਦੇ ਉੱਤੇ ਮੈਂ ਭਿਖਾਰੀ ਆ ਗਿਆ ਆ, ਤੇਰੇ ਦਰ 'ਤੇ ਖੜਾ ਹੈ, ਤੇਰੇ ਦਰ ਦੇ ਉੱਤੇ ਬੰਦਿਆ ਤੇਰਾ ਦਰ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ ਰਹਾਓ। ਹੇ ਮੇਰੇ ਮਾਲਕਾ, ਤੇਰੇ ਤੋਂ ਬਗੈਰ ਮੇਰੀ ਸਾਰ ਕੌਣ ਲਊਗਾ।
ਮੈਨੂੰ ਮੰਗਤੇ ਨੂੰ ਬੁਰਕੀ ਕੌਣ ਪਾਊਗਾ ਤੇਰੇ ਤੋਂ ਬਗੈਰ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਬਾਹਰ। ਮੈਨੂੰ ਦਰਸ਼ਨ ਦੇ ਮਾਲਕਾ, ਮੇਰਾ ਜਿਹੜਾ ਦਸਮ ਦੁਆਰ ਖੋਲ। ਮੈਂ ਤੇਰੇ ਦਰ ਤੇ ਆ, ਮੰਗਤਾ ਹੈਗਾ ਆ ਮੈਂ ਤੇਰੇ ਦਰ ਦਾ। ਰਹਾਓ। ਹਾਂਜੀ ਵੀਰ ਜੀ। ਹਾਂਜੀ ਗੋਰਕੀ ਸਾਹਿਬ, ਗੋਰਕੀ ਸਾਹਿਬ। ਹਾਂਜੀ ਮਾਈਕ ਬੰਦ। ਹਾਂਜੀ ਹਾਂਜੀ ਸਾਧ ਸੰਗਤ ਜੀ ਉਹ ਕਹਿ ਰਹੇ ਨੇ ਕਿ ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇ ਵਾਰ। ਕਹਿੰਦੇ ਕਿ ਮੇਰੇ ਦਰਸ਼ਨ ਦਿਓ ਮੈਨੂੰ, ਹਾਂ। ਦਰਸ਼ਨ ਦਿਓ ਕਿ ਦਰਵਾਜ਼ਾ ਖੋਲ ਕੇ ਦਰਸ਼ਨ ਦਿਓ ਕਿ ਪ੍ਰਮਾਤਮਾ ਤੇਰੇ ਤੋਂ ਸਿਵਾਏ ਮੇਰਾ ਕੌਣ ਖਿਆਲ ਰੱਖ ਸਕਦਾ ਹੈ, ਮੇਰੀ ਕੌਣ ਕੇਅਰ ਕਰ ਸਕਦਾ ਹੈ। ਪ੍ਰਮਾਤਮਾ ਮੈਨੂੰ ਦਰਵਾਜ਼ਾ ਖੋਲ ਔਰ ਮੈਨੂੰ ਦਰਸ਼ਨ ਦੇ, ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ। ਹਾਂਜੀ ਨਿਜੇ ਸਰ। ਦਰ ਮੰਨਦੇ ਠਾਡੇ ਦਰਬਾਰ। ਮੈਂ ਮੰਗਤਾ ਤੇਰੇ ਦਰਬਾਰ ਤੇ ਪਹੁੰਚਿਆ ਆ ਮਾਲਕਾ, ਤੇਰੇ ਦਰ ਤੇ ਪਹੁੰਚਿਆ ਹੋਇਆ ਆ। ਦਰ ਖੋਲ ਆਪਣਾ। ਹਾਂ ਮੈਂ ਤੇਰੇ ਦਰਵਾਜ਼ੇ ਤੇ ਆ ਚੁੱਕਿਆ ਮੇਰੇ ਪਿਤਾ, ਕਿ ਤੁਸੀਂ ਦਰਵਾਜ਼ਾ ਖੋਲੋ ਤੇ ਮੇਰਾ ਜਿਹੜੀ ਪਿਆਸ ਹੈ ਉਸ ਨੂੰ ਤ੍ਰਿਪਤ ਕਰੋ ਔਰ ਮੈਨੂੰ ਆਪਣੇ ਦਰਸ਼ਨ ਦਿਓ। ਦਰਸ਼ਨ ਦਾ ਮਤਲਬ ਇਹੋ ਹੀ ਹੈ ਸਾਧ ਸੰਗਤ ਜੀ, ਇੱਥੇ ਕੋਈ ਬਾਬਾ ਜੀ ਪ੍ਰਗਟ ਨਹੀਂ ਹੋਣਗੇ, ਨਾ ਕੋਈ ਤਸਵੀਰ ਤੇ ਨਾ ਕੋਈ ਮੂਰਤੀ। ਬਾਣੀ ਚ ਇਸੇ ਕਰਕੇ ਕਿਹਾ ਰੂਪ ਨਾ ਰੰਗ ਨਾ ਰੇਖ, ਇਹ ਤਿੰਨਾਂ ਤੋਂ ਪਰੇ ਹੈ। ਜਦੋਂ ਆਪਾਂ ਸਵੈ ਵਿੱਚ ਅਸਤ ਹੋ ਜਾਂਦੇ ਹਾਂ, ਆਪਣੀ ਸੁਰਤੀ ਆਤਮ ਤੱਤ ਚ ਲੀਨ ਹੋ ਜਾਂਦੀ ਹੈ ਤੇ ਅਸੀਂ ਉਸ ਆਤਮਾ ਨੂੰ ਜਾਣਦੇ ਹਾਂ ਜਿਹਦੇ ਵਿੱਚ ਇਹ ਸੰਸਾਰ ਨਹੀਂ ਹੈਗਾ। ਇੱਥੋਂ ਤੱਕ ਕਿ ਤੁਹਾਨੂੰ ਆਪਣਾ ਨਾਮ ਵੀ ਉੱਥੇ ਯਾਦ ਨਹੀਂ ਰਹਿਣਾ, ਤੁਹਾਨੂੰ ਇੰਨਾ ਯਾਦ ਰਹੂਗਾ ਕਿ ਇੱਕ ਚੇਤਨਾ ਜੋ ਬਣ, ਔਰ ਚੇਤਨਾ ਨੂੰ ਅਨੁਭਵ ਕਰਨ ਵਾਲਾ ਵੀ ਚੇਤਨਾ ਹੀ ਹੈ, ਜਿਹਨੇ ਅਨੁਭਵ ਕਰਨਾ ਉਹ ਵੀ ਚੇਤਨਾ ਵਾ। ਠੀਕ ਹੈ, ਦੋਨੋਂ ਇੱਕੋ ਤੱਤ ਨੇ। ਇਹ ਤੱਤ ਦਾ ਤੁਹਾਨੂੰ ਉਦੋਂ ਦਰਸ਼ਨ ਹੋਊਗਾ ਜਦੋਂ ਤੁਹਾਡਾ ਚਿੱਤ ਸ਼ਾਂਤ ਹੋ ਗਿਆ, ਮਨ ਇੱਕਦਮ ਨਿਰਮਲ ਹੋਈ ਜਾਵੇਗਾ, ਜਦੋਂ ਤੁਸੀਂ ਬਾਰ-ਬਾਰ ਇਸ ਤੱਤ ਵਿੱਚ ਪ੍ਰਵੇਸ਼ ਕੀਤਾ। ਹਾਂਜੀ ਅਗਲੀ ਤੋਂ ਕੋਲ ਨੀਚੇ ਸਾਹਿਬ। ਤੁਝ ਬਿਨ ਤੁਮ ਤਨ ਤਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਸੋ ਜਸ ਤੋਂ ਮਹਾਰ। ਕਹਿੰਦੇ ਤੂੰ ਤਾਂ ਮਾਲਕਾ, ਤੇਰੇ ਜਿੰਨਾ ਤਾਂ ਧਨੀ ਕੋਈ ਨਹੀਂ ਹੈ, ਤੇਰੇ ਜਿੰਨਾ ਉਦਾਰ ਕੋਈ ਨਹੀਂ ਹੈ। ਉਦਾਰ ਚਿੱਤ ਤੂੰ ਕਿਸ ਦੇ ਅਵਗੁਣ ਸਿਆਣਦਾ ਹੀ ਨਹੀਂ ਹੈ, ਅਵਗੁਣਾਂ ਨੂੰ ਜਿਹੜਾ ਹੈਗਾ ਨਜ਼ਰ ਅੰਦਾਜ਼ ਕਰ ਦਿੰਦਾ। ਤੇਰੇ ਵਰਗਾ ਤਿਆਗੀ ਕੋਈ ਨਹੀਂ ਹੈ। ਸਰਵਨਨ ਸੁਨੀਅਤ ਸੋ ਜਸ ਤੁਮਾਰ, ਕੰਨਾਂ ਦੇ ਨਾਲ ਤੇਰਾ ਹੀ ਜਸ ਸੁਣਦੇ ਆ। ਮੰਗੋ ਕਾਹੇ, ਤੇਰੇ ਤੋਂ ਇਲਾਵਾ ਜਿਹੜਾ ਹੈਗਾ ਮੈਂ ਹੋਰ ਕਿਹਦੇ ਕੋਲੋਂ ਮੰਗਾ ਦੱਸ। ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਕਹਿੰਦੇ ਬਾਕੀ ਸਾਰੀ ਦੁਨੀਆ ਤਾਂ ਮੰਗਤੇ ਹੈਗੀ ਹੈ, ਕੀ ਰਾਜੇ ਹੈ ਕੀ ਮਹਾਰਾਜੇ, ਕਹਿੰਦੇ ਸਾਰੇ ਮੰਗਤੇ ਹੈਗੇ। ਮੰਗੋ ਕਾਹੇ, ਕੀ ਮੰਗਾ ਉਹਨਾਂ ਕੋਲੋਂ। ਰੰਗ ਸਭ ਦੇਖੋ, ਸਾਰੇ ਤਾਂ ਰੰਗ ਹੈਗੇ ਆ। ਤੁਮ ਹੀ ਤੇ ਮੇਰੋ ਨਿਸਤਾਰ, ਤੇਰੇ ਤੋਂ ਹੀ ਤਾਂ ਮੇਰਾ ਜਿਹੜਾ ਹੈਗਾ ਨਿਸਤਾਰਾ ਹੋਣਾ ਹੈ, ਤੇਰੇ ਤੋਂ ਹੀ ਤਾਂ ਮੇਰਾ ਘਰ ਪੂਰਾ ਹੋਣਾ ਹੈ। ਜੈ ਦਿਓ ਨਾਮਾ ਵਿਪ ਸੁਦਾਮਾ, ਤਿਨਕੋ ਕਿਰਪਾ ਭਈ ਹੈ ਅਪਾਰ। ਹੇ ਮੇਰੇ ਮਾਲਕਾ, ਜੈਦੇਵ ਨੂੰ ਦੇਖ ਲਓ, ਨਾਮਦੇਵ ਜੀ ਨੂੰ ਦੇਖ ਲਓ, ਔਰ ਇਹ ਬ੍ਰਾਹਮਣ ਸੁਦਾਮਾ ਜੀ ਨੂੰ ਦੇਖ ਲਓ। ਤਿਨਕੋ ਕਿਰਪਾ ਭਈ ਹੈ ਅਪਾਰ, ਤੇਰੀ ਕਿਰਪਾ ਹੋ ਗਈ ਅਪਾਰ ਜਿਹੜੀ ਹੈਗੀ ਉਹਨਾਂ ਨੂੰ, ਉਹਨਾਂ ਦੇ ਉੱਤੇ ਤੂੰ ਕਿਰਪਾ ਕਰਤੀ, ਉਹਨਾਂ ਨੂੰ ਦਰਸ਼ਨ ਦੇ ਦਿੱਤੇ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਮਾਲਕਾ ਤੂੰ ਸਮਰੱਥ ਹੈ, ਤੂੰ ਦਾਤਾ ਹੈਗਾ ਸਾਰੀ ਦੁਨੀਆ ਦਾ। ਤੇਰੇ ਲਈ ਇਹ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਦੇਣ ਦਾ, ਇਹ ਪਦਾਰਥ ਦੇਣੇ ਜਿਹੜੇ ਹੈਗੇ ਤੈਨੂੰ ਟਾਈਮ ਥੋੜ੍ਹੀ ਨਾ ਲੱਗਦਾ ਹੈ। ਪਰ ਮੈਨੂੰ ਇਹ ਪਦਾਰਥ ਨਹੀਂ ਚਾਹੀਦੇ, ਮੈਨੂੰ ਤੇਰੇ ਦਰਸ਼ਨ ਚਾਹੀਦੇ ਆ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ ਬਾਹਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਉਹ ਕਹਿ ਰਹੇ ਨੇ ਕਿ ਕਿਹਦੇ ਕੋਲੋਂ ਜੈਦੇਵ ਦਾ ਨਾਮ ਲੈ ਰਹੇ ਨੇ। ਹਾਂ ਨਾਮੇ ਦਾ ਵੀ ਨਾਮ ਲੈ ਰਹੇ ਨੇ, ਭਗਤ ਨਾਮ ਦੇ ਸੁਦਾਮਾ ਜੀ ਦੀ ਵੀ ਗੱਲ ਕਰਦੇ। ਕਹਿੰਦੇ ਜਿੱਥੇ ਤੇਰੀ ਕਿਰਪਾ ਹੋ, ਜਿਨ੍ਹਾਂ ਦੇ ਤੇਰੀ ਕਿਰਪਾ ਹੋ। ਮੰਗੋ ਕਾਹੇ ਰੰਗ ਸਭ ਦੇਖੋ, ਕਹਿੰਦੇ ਕਿ ਮੈਂ ਕਿਤੋਂ ਮੰਗਾ, ਮੈਨੂੰ ਤਾਂ ਸਾਰੇ ਕੰਗਾਲ ਨਜ਼ਰ ਆ ਰਹੇ। ਬਿਲਕੁਲ। ਕਿਉਂਕਿ ਮੰਗਣ ਦੇ ਲਈ ਹੁਣ ਕਿਸੇ ਕੋਲ ਤੁਸੀਂ ਪੈਸੇ ਮੰਗਣ ਜਾਓਗੇ, ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਨਾ ਕਿ ਅਗਲੇ ਕੋਲ ਪੈਸੇ ਹੋਣ ਤਾਂ ਹੀ ਮੰਗਣ ਦਾ ਫਾਇਦਾ। ਅਗਲੇ ਨੇ ਤਾਂ ਆਪਣੇ ਰੁਪਈਏ
ਉਹਨੇ ਤਾਂ ਗੁਰਕ ਸਾਹਿਬ ਕਿਸੇ ਕੋਲੋਂ ਮੰਗਣ ਜਾਈਏ ਉਹਨੇ ਤਾਂ ਆਪਣੀ ਦੁਖੜੇ ਰੋ ਦੇਣੇ ਆ ਪਾਏ ਵੀ ਸਾਡਾ ਤਾਂ ਅੱਗੇ ਹੀ ਨਹੀਂ ਸਵਰ ਰਿਹਾ। ਆਹੋ ਕਿ ਤੂੰ ਗਲਤ ਜਗ੍ਹਾ ਨਾ ਮੰਗਣ ਚੱਲ ਜਿਓ। ਉਹ ਕਹਿੰਦੇ ਕੰਗਾਲ ਹੈ ਸਾਰੇ ਇੱਥੇ। ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਲੋਕ ਤੇ ਖਾਲੀ ਹੈਗੇ ਆ। ਹਾਂ, ਜਿਹਦੇ ਆਪਣੇ ਪੱਲੇ ਕੋਈ ਨਹੀਂ ਉਹ ਤੁਹਾਨੂੰ ਕਿੱਥੇ ਦਊਗਾ। ਠੀਕ ਹੈ ਜੀ। ਅਗਲੇ ਬੰਨੇ ਕਹਿੰਦੇ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇ ਦਿਨਾ ਬਾਹਰ। ਤੇ ਜਦੋਂ ਪਰਮਾਤਮਾ ਦਿੰਦਾ ਜੀ ਉਹ ਤੇ ਬਈ ਉਹ ਫਿਰ ਦੇਣ ਲੱਗਣ ਨੂੰ ਨਿਸ਼ਾਨ ਨਹੀਂ ਲੱਗਦਾ। ਹੁਣ ਵੀ ਵੈਸੇ ਵੀ ਸਾਡੀ ਪਾਤਰਤਾ ਨਹੀਂ ਹੈਗੀ ਜੀ। ਵੈਸੇ ਆਪ ਜੀ ਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਆ, ਜੇਕਰ ਅਸੀਂ ਸੋਚੀਏ ਨਾ ਕਿ ਸਾਡੀ ਪਾਤਰਤਾ ਬਣ ਜੂ ਪਰਮਾਤਮਾ ਨੂੰ ਜਾਣਨ ਦੇ ਲਈ ਜਾਂ ਨੂੰ ਅਨੁਭਵ ਕਰਨ ਦੇ ਲਈ, ਤੇ ਉਹ ਪਾਤਰਤਾ ਸਾਡੇ 'ਚ ਨਹੀਂ ਹੈ। ਇਹ ਕਬੀਰ ਜੀ ਵੀ ਸਹੀ ਕਹਿ ਰਹੇ ਨੇ। ਇਹ ਤੇ ਬਸ ਉਹ ਪਰਮਾਤਮਾ ਬਾਦਸ਼ਾਹ ਹੈਗਾ ਤੇ ਸਾਡੇ ਜਿਹੜੇ ਔਗਣ ਜੋ ਵੀ ਲਿਬੜੇ ਤਿਬੜੇ ਔਗਣਾਂ ਦੇ ਹੈਗੇ ਆ ਤੇ ਸਾਡੇ ਥੋੜੀ ਜਿਹੀ ਖੈਰ ਪਾ ਜਾਂਦਾ। ਤੇ ਬਾਕੀ ਜੇਕਰ ਸੋਚੀਏ ਕਿ ਉਹ ਸਪੈਸ਼ਲ ਸਾਡੀ ਚੰਗਿਆਈ ਵੇਖ ਕੇ ਪ੍ਰਭਾਵਿਤ ਹੋਊਗਾ ਤੇ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਨਾ ਜੱਸਾ? ਹਾਂ, ਚੰਗਿਆਈ ਨਹੀਂ, ਬਸ ਮਾਲਕ ਤਾਂ ਕਹਿੰਦਾ ਹੈ ਕਿ ਤੇਰੇ ਅੰਦਰ ਖਿੱਚ ਕਿੰਨੀ ਕੀ ਆ। ਬਸ ਉਹ ਇਹ ਦੇਖਦਾ ਤੇਰੇ ਅੰਦਰ ਸੱਚਾਈ ਕਿੰਨੀ ਆ। ਬਸ ਆਹ ਦੇਖਣਾ ਹੈ ਉਹਨੇ। ਤੇਰੀ ਡਿਮਾਂਡ ਕਿੰਨੀ ਆ, ਦਿਲੋਂ ਕਿਨੂੰ ਆ ਰਹੀ ਹੈ, ਜੈਨੂਇਨ ਡਿਮਾਂਡ ਹੈ, ਤੇਰੇ ਅੰਦਰੋਂ ਨਿਕਲ ਰਹੀ ਹੈ। ਹਾਂਜੀ ਬਿਲਕੁਲ ਸਹੀ ਗੱਲ ਜੀ। ਹਾਂਜੀ ਨਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ। ਹਾਂਜੀ ਬੇਟੀ, ਬਿਲਕੁਲ ਵਧੀਆ ਜੀ। ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਭੁੱਲਾਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ ਮੇਰੇ ਮਾਲਿਕ। ਮਾਲਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਮੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।